सब नूं जय मसीह जी। जय मसीह जी। अज असीं एक ऐसे विषय ते गल करांगे जो कि साडीआं बीमारियां दे नाल रिलेटेड हैगा है। हालेलुया। प्रेज द लॉर्ड। बीमारी ते उहदे कारण की हैगे आ ते उहनां दा उपाय की हैगा है। असीं देखांगे अज कि रोग ते जिहड़ी बीमारियां हैगियां उहनां दा कारण की हैगा है। मैं जो कल बाइबल पढ़दा पिया सीगा ते खुदा ने मेरे दिल च इह गल पाई कि इस गल नूं मैं पढ़ां ते मैं देखां भी इहदा कारण की हैगा है। हालेलुया। असीं सब पहले तो खुदा बंदा जोर दी नारा लावांगे, प्रभु यीशु मसीह के नाम की जय। हालेलुया। ਜਦੋਂ ਅਸੀਂ ਡਾਕਟਰਾਂ ਕੋਲ ਜਾਂਦੇ ਤਾਂ ਡਾਕਟਰਾਂ ਦਾ ਜਿਹੜਾ ਕਹਿਣਾ ਹੋਰ ਹੁੰਦਾ ਬਿਮਾਰੀ ਬਾਰੇ। ਉਹ ਕਹਿੰਦੇ ਕਿ ਇਹਦਾ ਕਾਰਨ ਹੈਗਾ ਕਿ ਜਾਂ ਤੁਹਾਡੇ ਸਰੀਰ ਦੇ ਵਿੱਚ ਕੀ ਕੋਈ ਨਾ ਕੋਈ ਸਮੱਸਿਆ ਹੈ, ਤੁਹਾਡੇ ਸਰੀਰ 'ਚ ਕੋਈ ਕਮੀ ਹੈ ਕਿਸੇ ਚੀਜ਼ ਦੀ। ਜਿਹੜੀ ਸਾਇੰਸ ਹੈਗੀ ਆ, ਸਾਇੰਸ ਇਸ ਗੱਲ ਨੂੰ ਕਿੱਦਾਂ ਕਰਦੀ ਹੈ? ਸਾਇੰਸ ਇਸ ਗੱਲ ਨੂੰ ਮਨੋਵਿਗਿਆਨ ਦੇ ਨਾਲ, ਯਾਨੀ ਕਿ ਸਾਇੰਸ ਦੇ ਨਾਲ ਉਹ ਸਾਇੰਟੀਫਿਕ ਕਾਰਨ ਲੱਭਦੀ ਹੈ ਬਿਮਾਰੀਆਂ ਦੇ। ਉਹ ਟੈਸਟ ਕਰਦੇ ਆ। ਥੋੜ੍ਹੇ ਦਿਨ ਪਹਿਲੇ ਮੈਂ ਡਾਕਟਰ ਕੋਲ ਗਿਆ, ਮੇਰੇ ਥੋੜ੍ਹੀ ਜਿਹੀ ਪੇਨ ਹੁੰਦੀ ਸੀ, ਮੈਨੂੰ ਕਿੰਨੇ ਟੈਸਟ ਮੈਨੂੰ ਦਿਖਾਤੇ ਉਹਨੇ। ਮੈਂ ਕਿਹਾ ਦੱਸ, ਮੈਂ ਇਹਨੂੰ ਕਿਹਾ, ਮੈਂ ਕਿਹਾ ਅੱਗੇ ਤੋਂ ਮੈਂ ਨਹੀਂ ਜਾਣਾ ਇਹਦੇ ਕੋਲ, ਕਿਉਂਕਿ ਕੀ ਕਰਦੇ ਇੱਥੇ ਜਦੋਂ ਵੀ ਕੁਝ ਜੇ ਤੁਹਾਨੂੰ ਖਾਂਸੀ ਪੈਂਦੀ ਕੀ ਕਹਿੰਦੇ ਹੋ ਜੀ? ਟੈਸਟ ਕਰਾਓ, ਕਿਉਂਕਿ ਉਹ ਮਨੋਵਿਗਿਆਨ ਦੇ ਨਾਲ, ਸਾਇੰਸ ਨਾਲ ਲੱਭਣਾ ਚਾਹੁੰਦੇ ਬਿਮਾਰੀ ਨੂੰ। ਬਾਈਬਲ ਦਾ ਜਿਹੜਾ ਰੀਜ਼ਨ ਹੈਗਾ, ਬਾਈਬਲ ਕੀ ਦੱਸਦੀ ਹੈ? ਬਾਈਬਲ ਸਾਨੂੰ ਇਹਦੇ ਅਲੱਗ ਕਾਰਨ ਦੱਸਦੀ ਹੈ। ਉਹ ਕਹਿੰਦੀ ਇਹਦੇ ਕਾਰਨ ਦੋ ਆ। ਇਹਦੇ ਕਾਰਨ ਅੱਜ ਅਸੀਂ ਉਹੀ ਦੇਖਾਂਗੇ ਵੀ ਉਹ ਜਿਹੜੇ ਕਾਰਨ ਹੈਗੇ ਆ ਬਿਮਾਰੀਆਂ ਦੇ, ਮੋਸਟਲੀ ਕਾਰਨ ਬਾਈਬਲ ਦੱਸਦੀ ਕਿ ਇਹਨਾਂ ਵਜ੍ਹਾ ਕਰਕੇ ਜੀਵਨ ਦੇ ਵਿੱਚ ਤੁਹਾਡੇ ਕੀ ਆਉਂਦੀਆਂ? ਬਿਮਾਰੀਆਂ ਆਉਂਦੀਆਂ। ਉਹਨਾਂ ਵਿੱਚੋਂ ਇੱਕ ਜਿਹੜਾ ਕਾਰਨ ਬਾਈਬਲ ਦੱਸਦੀ ਉਹ ਹੈਗਾ ਹੈ ਪਾਪ। ਬਹੁਤ ਜਗ੍ਹਾ ਦੇ ਉੱਪਰ ਬਾਈਬਲ ਨੇ ਸਾਨੂੰ ਦੱਸਿਆ ਕਿ ਪਾਪ ਦੇ ਕਰਕੇ ਕੀ ਹੈਗੀ ਆ ਤੁਹਾਡੇ ਜੀਵਨ ਦੇ ਵਿੱਚ, ਤੁਹਾਡੇ ਸਰੀਰ ਦੇ ਵਿੱਚ ਬਿਮਾਰੀ ਪੈਦਾ ਹੁੰਦੀ ਹੈ। ਪਾਪ। ਔਰ ਦੂਜੀ ਗੱਲ ਹੈਗੀ ਹੈ ਸ਼ੈਤਾਨ। ਇਹ ਦੋ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਤੁਹਾਡੇ ਜੀਵਨ 'ਚ ਕੀ ਕਰਦਾ ਹੈ? ਬਿਮਾਰੀ ਲੈ ਕੇ ਆਉਂਦਾ ਹੈ। ਪਹਿਲਾ ਕੀ ਹੈ? ਪਾਪ। ਤੇ ਦੂਜਾ ਕੀ ਹੈਗਾ? ਸ਼ੈਤਾਨ। ਸ਼ੈਤਾਨ ਉਦੋਂ ਤੁਹਾਡੇ ਜੀਵਨ 'ਚ ਲੈ ਕੇ ਆਉਂਦਾ ਬਿਮਾਰੀ ਜਦੋਂ ਅਸੀਂ ਪਾਪ 'ਚ ਰਹਿੰਦੇ ਹਾਂ। ਜੇ ਅਸੀਂ ਪਾਪ 'ਚ ਨਹੀਂ ਰਹਿੰਦੇ ਫਿਰ ਸ਼ੈਤਾਨ ਦੀ ਸਾਡੇ ਪਰ ਕੋਈ ਵੀ, ਜਿਹਨੂੰ ਕਹਿੰਦੇ ਸੀ ਪ੍ਰਭੁਤਾ, ਸਾਡੇ ਪਰ ਕੋਈ ਅਧਿਕਾਰ ਨਹੀਂ ਹੁੰਦਾ ਉਹਦਾ। ਵਚਨ ਦੱਸਦਾ ਕਹਿੰਦਾ ਜਿਹਦੇ ਤੁਸੀਂ ਗੁਲਾਮ ਹੈਗੇ ਆ ਉਹੀ ਤੁਹਾਡੇ ਪਰ ਕੀ ਕਰਦਾ ਹੈ? ਤੁਹਾਡੇ ਤੇ ਰਾਜ ਕਰਦਾ ਹੈ, ਤੁਹਾਡੇ ਤੇ ਪ੍ਰਭੁਤਾ ਕਰਦਾ ਜਿਹਦੇ ਤੁਸੀਂ ਗੁਲਾਮ ਹੁੰਦੇ। ਜੇ ਕੋਈ ਸਿਗਰਟਾਂ ਪੀਂਦਾ ਪਿਆ ਤੇ ਸਿਗਰਟ ਕੀ ਕਰਦੀ ਪਿਆ? ਉਹਦੇ ਉੱਪਰ ਰਾਜ ਕਰਦੀ ਪਈ। ਜੇ ਕੋਈ ਸ਼ਰਾਬ ਪੀਂਦਾ ਪਿਆ, ਸ਼ਰਾਬ ਉਹਦੇ ਉੱਪਰ ਰਾਜ ਕਰ। ਲੇਕਿਨ ਉਹਦੇ ਪਿਛਲੇ ਪਾਸੇ ਕੀ ਹੈਗਾ ਆ? ਬਾਈਬਲ ਦੇ ਅਨੁਸਾਰ ਉਹਦੇ ਪਿੱਛੇ ਪਾਪ ਕੰਮ ਕਰਦਾ ਪਿਆ। ਸ਼ੈਤਾਨ ਫੇਕ ਕੰਮ ਕਰਦਾ, ਕਿਉਂਕਿ ਸ਼ੈਤਾਨ ਅਸੀਂ ਕੀ ਕਰਦੇ ਹਾਂ? ਅਸੀਂ ਮੌਕਾ ਦਿੰਦੇ ਹਾਂ, ਅਸੀਂ ਉਹਨੂੰ ਨਿਯੁਤਾ ਦਿੰਦੇ ਕਿ ਆਓ ਮੇਰੇ ਜੀਵਨ ਦੇ ਵਿੱਚ। ਔਰ ਸ਼ੈਤਾਨ ਨੂੰ ਨਿਯੁਤਾ ਦੇਣ ਦਾ ਸਿੰਪਲ ਤਰੀਕਾ ਹੈਗਾ ਆ ਜਦੋਂ ਅਸੀਂ ਪਾਪ ਦੇ ਵਿੱਚ ਡਿੱਗ ਜਾਂਦੇ ਹਾਂ। ਪਾਪ ਇੱਕ ਇਹੋ ਜਿਹਾ ਕਾਰਨ ਆ ਜਿਹਨੂੰ ਬਾਈਬਲ ਦੱਸਦੀ ਹੈ ਕਿ ਜੇ ਤੁਸੀਂ ਇਸ ਗੱਲ ਨੂੰ ਆਪਣੇ ਜੀਵਨ 'ਚ ਦੂਰ ਕਰੋਗੇ ਤਾਂ ਤੁਹਾਡੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਕਿੰਨੀਆਂ ਕੀ ਹੋ ਸਕਦੀਆਂ? ਉਹ ਤੁਹਾਡੇ ਤੋਂ ਦੂਰ ਹੋ ਸਕਦੀਆਂ। ਹਾਲੇਲੂਇਆ। ਅੱਜ ਅਸੀਂ ਇਹ ਬੜਾ ਗਹਿਰਾ ਵਿਸ਼ੇ ਆ। ਮੈਨੂੰ ਵਿਸ਼ਵਾਸ ਆ ਕਿ ਜਿੰਨੇ ਵੀ ਲੋਕ ਅੱਜ ਵਚਨ ਸੁਣੋਗੇ ਤੇ ਜਿੰਨੇ ਮੇਰੇ ਭੈਣ ਭਰਾ ਆਨਲਾਈਨ ਵੀ ਵਚਨ ਸੁਣੋਗੇ ਉਹਨਾਂ ਨੂੰ ਵੀ ਇਹ ਵਚਨ ਕੱਟੂਗਾ ਅੱਜ। ਇੰਨਾ ਮੈਨੂੰ ਵਿਸ਼ਵਾਸ ਆ ਮੈਨੂੰ। ਹਾਲੇਲੂਇਆ। ਜਿੰਨੇ ਵੀ ਲੋਕ ਹੁਣ ਤੱਕ ਬਿਮਾਰੀ 'ਚ ਆਏ ਆ, ਮੈਂ ਖੁਦ ਇਹਨਾਂ ਗੱਲਾਂ ਨੂੰ ਦੇਖਿਆ। ਜਦੋਂ ਅਸੀਂ ਇੰਡੀਆ ਚਰਚ ਗਏ ਉੱਥੇ ਵੀ ਅਸੀਂ ਦੇਖਿਆ ਸਾਡੇ ਪਾਸ ਇਹਨਾਂ ਬੜੀਆਂ ਲੋਕਾਂ ਦੀਆਂ ਵਿੱਚੋਂ ਕੀ ਕੱਢੀਆਂ? ਦੁਸ਼ਟ ਆਤਮਾ ਕੱਢੀਆਂ। ਹੁਣ ਅਸੀਂ ਹੁਣੇ ਸੁਣਿਆ ਕਿ ਪਾਪ ਤੇ ਸ਼ੈਤਾਨ ਦੋ ਹੀ ਕਾਰਨ ਹੈਗੇ ਜਿਨ੍ਹਾਂ ਕਰਕੇ ਜੀਵਨ 'ਚ ਕੀ ਆਉਂਦੀ? ਤੁਹਾਡੇ ਬਿਮਾਰੀ ਆਉਂਦੀ ਹੈ। ਉਸ ਬਿਮਾਰੀ ਨੂੰ ਲਿਆਉਣ ਵਾਲਾ ਕੌਣ ਹੁੰਦਾ ਹੈ? ਉਹਨੂੰ ਕਹਿੰਦੇ ਕਿ ਦੁਸ਼ਟ ਆਤਮਾ। ਇਹ ਦੁਸ਼ਟ ਆਤਮਾ ਕੰਮ ਕਰਦੀਆਂ। ਇਹਨਾਂ ਦਾ ਸੋਰਸ ਕੀ ਹੈਗਾ? ਉਹ ਹੈਗਾ ਸਿਨ, ਪਾਪ। ਇਹਨਾਂ ਦਾ ਸੋਰਸ ਹੈ, ਇਹ ਪਾਵਰ ਮਿਲਦੀ ਇਹਨਾਂ ਨੂੰ ਅੰਦਰੋਂ। ਤੁਹਾਨੂੰ ਸਮਝ ਆ ਰਹੀ ਗੱਲ? ਤੁਹਾਨੂੰ ਸਾਰਿਆਂ ਨੂੰ ਲਾਈਟ ਨੂੰ ਕਿਦਾਂ ਪਾਵਰ ਮਿਲਦੀ? ਲਾਈਟ ਨੂੰ ਜਦੋਂ ਪਿੱਛੇ ਕੀ ਹੁੰਦੀ? ਉਹਦੇ ਪਾਵਰ ਹੁੰਦੀ ਹੈ। ਇਲੈਕਟ੍ਰਿਸਿਟੀ ਤੋਂ ਪਾਵਰ ਮਿਲਦੀ ਲਾਈਟ ਨੂੰ, ਤਾਂ ਲਾਈਟ ਜਗਦੀ। ਇਦਾਂ ਹੀ ਦੁਸ਼ਟ ਆਤਮਿਆਂ ਨੂੰ ਪਾਵਰ ਮਿਲਦੀ ਆ ਪਾਪ ਤੋਂ। ਜਦੋਂ ਅਸੀਂ ਕੋਈ ਇਨਸਾਨ ਪਾਪ ਕਰੂਗਾ, ਚਾਹੇ ਮੈਂ ਚਾਹੇ ਕੋਈ ਵੀ ਹੈਗਾ ਆ, ਜਦੋਂ ਵੀ ਪਾਪ ਤੁਸੀਂ ਕਰੋਗੇ ਤੁਹਾਡੇ ਜੀਵਨ 'ਚ ਇੱਕ ਰਸਤਾ ਖੁੱਲੂਗਾ ਇੱਦਾਂ। ਉਹ ਰਸਤਾ ਕਿੱਦਾਂ ਲੈ ਕੇ ਜਾਂਦਾ? ਫਿਰ ਉਹ ਲੈ ਕੇ ਜਾਂਦਾ ਪਾਪ ਵੱਲ ਲੈ ਕੇ ਜਾਂਦਾ ਹੈ। ਪਾਪ ਦਾ ਮਤਲਬ ਕੀ ਹੈਗਾ? ਵਚਨ ਦੱਸਦਾ ਪਾਪ ਦਾ ਜਿਹੜੀ ਮਜ਼ਦੂਰੀ ਹੈਗੀ ਉਹ ਮੌਤ ਆ। ਮੌਤ ਕਿੱਦਾਂ ਆ ਸਕਦੀ ਆ? ਮੌਤ ਤੁਹਾਡੇ ਜੀਵਨ ਦੇ ਵਿੱਚ ਬਿਮਾਰੀ ਲੈ ਕੇ ਆਉਂਦੀ ਹੈ। ਬਿਮਾਰੀ ਤੋਂ ਬਾਅਦ ਤੁਸੀਂ ਕੀ ਕਰਦੇ? ਫਿਰ ਮੌਤ ਵੱਲ ਤੁਹਾਡਾ ਰਸਤਾ ਜਾਣਾ ਸ਼ੁਰੂ ਹੋ ਜਾਂਦਾ। ਤੁਸੀਂ ਹੌਲੀ ਹੌਲੀ ਮੌਤ ਵੱਲ ਜਾਂਦੇ, ਤੁਸੀਂ ਹੌਲੀ ਹੌਲੀ। ਇਹ ਬੜਾ ਗਹਿਰਾ ਵਿਸ਼ੇ ਮੈਨੂੰ ਪਤਾ ਹੈ। ਅੱਜ ਇਸ ਗੱਲ ਨੂੰ ਅਸੀਂ ਦੇਖਾਂਗੇ। ਅਸੀਂ ਪਾਪ ਨੇ ਕੀ ਕੀਤਾ ਹੈ? ਸਾਡੀ ਬਾਈਬਲ ਦੇ ਅਨੁਸਾਰ ਪਾਪ ਨੇ ਸਾਡੀ ਆਤਮਿਕ ਤੇ ਸਰੀਰਕ ਦਸ਼ਾ ਨੂੰ ਕੀ ਕਰ ਦਿੱਤਾ? ਉਹਨੇ ਬਣਾਵਟ ਨੂੰ ਖਰਾਬ ਕਰ ਦਿੱਤਾ ਹੈ। ਅੱਜ ਮੈਂ ਬਹੁਤ ਲੋਕਾਂ ਨੂੰ ਸੁਣਦਾ, ਹਾਏ ਮੇਰੇ ਗੋਡੇ 'ਚ ਦਰਦਾਂ ਹੁੰਦੀਆਂ ਭਾਜੀ, ਹਾਏ ਮੇਰੇ ਪੈਰਾਂ 'ਚ ਦਰਦਾਂ ਹੁੰਦੀਆਂ, ਮੇਰੇ ਕੰਨ ਖਰਾਬ ਆ, ਮੇਰੇ ਦਿਲ ਦੇ ਵਿੱਚ ਪ੍ਰੋਬਲਮ ਹੈਗੀ ਆ, ਮੈਨੂੰ ਆਹ ਬਿਮਾਰੀ, ਮੈਨੂੰ ਸਟ੍ਰੈਸ ਹੋਇਆ ਪਿਆ ਹੈ। ਬਹੁਤ ਸਾਰੀਆਂ ਗੱਲਾਂ ਤੁਸੀਂ ਵੀ ਸੁਣਦੇ ਹੋਵੋਗੇ ਜ਼ਰੂਰ
ਕਿ ਉਹ ਫਲਾਨੀ ਠੀਕ ਨਹੀਂ ਹੈਗੀ, ਉਹ ਠੀਕ ਨਹੀਂ, ਉਹ ਭਰਾ ਦੇ ਠੀਕ ਨਹੀਂ, ਉਹਦੇ ਇੰਜਰੀ ਹੋ ਗਈ, ਆਹ ਹੋ ਗਿਆ, ਉਹ ਹੋ ਗਿਆ, ਬਹੁਤ ਸਾਰੀ ਬਿਮਾਰੀਆਂ ਨਾਮ ਸੁਣਦੀ ਸੀ। ਕਿਸੇ ਨੂੰ ਟਿਊਮਰ ਹੋ ਗਿਆ, ਕਿਸੇ ਨੂੰ ਕੈਂਸਰ ਹੋ ਗਿਆ, ਹਾਂਜੀ, ਕਿਸੇ ਨੂੰ ਡਾਇਬਟੀਜ਼ ਹੋ ਗਈ। ਉਹਦਾ ਕਾਰਨ ਇੱਕ ਹੀ ਆ, ਉਹਦੇ ਪਿੱਛੇ ਕੀ ਹੈਗਾ? ਪਾਪ ਤੇ ਜਾਂ ਫਿਰ ਸ਼ੈਤਾਨ, ਦੁਸ਼ਟ ਆਤਮਾ। ਇਹ ਦੋ ਹੀ ਕਾਰਨ ਹੈਗੇ ਜਿਨ੍ਹਾਂ ਕਰਕੇ ਉਹਦੇ ਜੀਵਨ ਦੇ ਵਿੱਚ ਇਹ ਬਾਧਾ ਬਣੀ ਹੋਈ ਹੈ। ਪ੍ਰਭੂ ਕੀ ਚਾਹੁੰਦਾ ਹੈ? ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਉਤਪੱਤੀ ਦੇ ਵਿੱਚ, ਪ੍ਰਭੂ ਨੇ ਆਦਮ ਨੂੰ ਬਣਾਇਆ ਸੀਗਾ, ਉਹਨਾਂ ਨੂੰ ਸੰਪੂਰਨਤਾ 'ਚ ਬਣਾਇਆ ਸੀ, ਪਰਫੈਕਟ ਬਣਾਇਆ ਸੀ ਉਹਨਾਂ ਨੇ ਜੀ। ਉੱਥੇ ਕੋਈ ਬਿਮਾਰੀ ਨਹੀਂ ਸੀਗੀ, ਨਾ ਹੀ ਕੋਈ ਉੱਥੇ ਦੁਸ਼ਟ ਆਤਮਾ ਕੰਮ ਕਰਦੀ ਸੀਗੀ। ਸਿਰਫ ਤੇ ਸਿਰਫ ਪਰਮੇਸ਼ਵਰ ਸੀਗਾ ਤੇ ਆਦਮ ਸੀਗਾ, ਜਿਹਦੇ ਨਾਲ ਪ੍ਰਭੂ ਕੀ ਕਰਦਾ ਸੀਗਾ? ਬਾਈਬਲ ਦੱਸਦੀ ਹੈ ਕਿ ਉਹ ਹਰੇਕ ਦੁਪਹਿਰ ਨੂੰ, ਸ਼ਾਮ ਨੂੰ ਉਹਨਾਂ ਯਹੋਵਾ ਪਰਮੇਸ਼ਵਰ ਕੀ ਕਰਦਾ ਸੀ? ਆ ਕੇ ਉਹਦੇ ਨਾਲ ਸੰਗਤੀ ਕਰਦਾ ਸੀ, ਗੱਲਾਂ ਕਰਦਾ ਸੀ ਉਹਦੇ ਨਾਲ। ਅੱਜ ਵੀ ਸਾਡਾ ਉਹੀ ਪਰਮੇਸ਼ਵਰ ਹੈਗਾ, ਅੱਜ ਵੀ ਅਸੀਂ ਉਹੀ ਇਨਸਾਨ ਹਾਂ, ਲੇਕਿਨ ਅੱਜ ਸਾਡੇ 'ਚ ਕੀ ਆ ਗਿਆ? ਇੱਕ ਫਰਕ ਆ ਗਿਆ। ਉਹ ਫਰਕ ਕੀ ਹੈਗਾ? ਸਾਡੇ ਜੀਵਨ ਵਿੱਚ ਪਾਪ ਕਰਕੇ ਅਸੀਂ ਖੁਦਾ ਤੋਂ ਕੀ ਹੋ ਗਏ? ਅਸੀਂ ਦੂਰ ਹੋ ਚੁੱਕੇ ਹਾਂ, ਜਿਹਦੇ ਕਰਕੇ ਸ਼ੈਤਾਨੀ ਗੱਲਾਂ ਸਾਡੇ ਜੀਵਨ 'ਚ ਆ ਚੁੱਕੀਆਂ। ਆਈਏ ਅਸੀਂ ਪੜਾਂਗੇ ਯਹੋਨਾ ਰਚਿਤ ਸੁਸਮਾਚਾਰ ਜੀ। ਅਸੀਂ ਇੱਥੇ ਗੱਲ ਦੇਖਾਂਗੇ, ਇੱਥੇ ਇੱਕ ਇਹੋ ਜਿਹਾ ਬੰਦਾ ਹੈ ਜਿਹਨੂੰ ਖੁਦਾਵੰਦ ਪ੍ਰਭੂ ਯਿਸੂ ਮਸੀਹ ਨੇ ਚੰਗਾ ਕੀਤਾ ਸੀਗਾ। ਉਹਦੀ ਅਸੀਂ 5 ਔਰ ਅਸੀਂ ਉਹਦੀ 5 ਆਇਤ ਪੜਾਂਗੇ। ਯਹੋਨਾ 5 ਉਹਦੀ 5 ਆਇਤ ਪੜਾਂਗੇ ਅਸੀਂ। ਯਹੋਨਾ ਦੀ ਅੰਜੀਲ 5 ਅਧਿਆਇ ਉਹਦੀ 5 ਬਾਬ। ਹਾਂਜੀ ਪੜ੍ਹੀਏ ਜੀ। ਔਰ ਉੱਥੇ ਇੱਕ ਮਨੁੱਖ ਸੀ 38 ਵਰਿਆਂ ਤੋਂ ਆਪਣੇ ਰੋਗਾਂ ਦਾ ਮਾਰਿਆ ਹੋਇਆ ਸੀ। ਦੇਖੀਏ ਇੱਥੇ ਇੱਕ ਮਨੁੱਖ ਸੀਗਾ ਜਿਹੜਾ 38 ਸਾਲ ਹੋ ਗਏ ਸੀਗੇ, ਉਹਦੇ ਜੀਵਨ ਦੇ ਵਿੱਚ ਇੱਕ ਬਿਮਾਰੀ ਬਣੀ ਹੋਈ ਸੀ। 38 ਸਾਲ ਬਹੁਤ ਹੁੰਦੇ ਆ। ਜੇ ਬੰਦੇ ਦੀ ਉਮਰ 100 ਸਾਲ ਦੀ ਹੈ ਤੇ 38 ਸਾਲ ਕੱਢ ਦੋ, 40 ਸਾਲ, ਉਹ ਵਿਚਾਰਾ ਅੱਧੀ ਉਮਰ ਆਪਣੀ ਕੀ ਹੋਇਆ? ਉਹ ਬਿਮਾਰੀ 'ਚ ਰਿਹਾ ਬੰਦਾ। ਉਹਦੀ ਹਾਲਾਤ ਕਿੱਦਾਂ ਦੇ ਹੋਊਗੇ ਬੰਦੇ ਦੇ? 38 ਸਾਲਾਂ ਤੋਂ ਬੰਦਾ ਰੋਗ ਦੇ ਵਿੱਚ ਹੈਗਾ। 38 ਸਾਲਾਂ ਤੋਂ ਉਹਦਾ ਮੈਂਟਲ ਜਿਹੜਾ ਸਟੇਟਸ ਕਿੱਦਾਂ ਦਾ ਹੋਊਗਾ ਬੰਦੇ ਦਾ? ਉਹ ਟੋਟਲੀ ਟੁੱਟ ਚੁੱਕਾ ਹੋਊਗਾ, ਉਹਦੇ ਕੋਲ ਕੋਈ ਹੋਪ ਨਹੀਂ ਹੋਣੀ। ਲੇਕਿਨ ਇਹ ਕਿਉਂ ਸੀਗਾ? ਇਹ ਦੇਖੀਏ, ਅੱਗੇ ਪੜ੍ਹੀਏ, ਇਹਨੂੰ 14 ਪੜਾਂਗੇ। ਇਹਦੇ ਪਿੱਛੋਂ ਯਿਸੂ ਉਹਨੂੰ ਹੈਕਲ ਵਿੱਚ ਮਿਲਿਆ। ਯਿਸੂ ਮਸੀਹ ਨੂੰ ਮੰਦਰ 'ਚ ਮਿਲੇ। ਅੱਗੇ ਉਹ ਤੁਹਾਨੂੰ ਕਿਹਾ, ਹਾਂ ਅੱਗੇ ਮਾਈਕ ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫੇਰ ਪਾਪ ਨਾ ਕਰੀ, ਕਿਤੇ ਐਉਂ ਨਾ ਹੋਵੇ ਜੋ ਐਸ ਨਾਲੋਂ ਵੀ ਕੋਈ ਬੁਰੀ ਵਿਪਤਾ ਤੇਰੇ ਉੱਤੇ ਆ ਪਵੇ। ਦੁਬਾਰਾ ਪੜ੍ਹੀਏ ਇਹਨੂੰ। ਇਹ ਕਹਿੰਦਾ ਇਸ ਤੋਂ ਪਿੱਛੋਂ ਪ੍ਰਭੂ ਕਿੱਥੇ ਮਿਲੇ ਉਹਨੂੰ? ਹੈਕਲ ਵਿੱਚ ਮਿਲਿਆ। ਹੈਕਲ ਦੇ ਵਿੱਚ ਮਿਲੇ ਪ੍ਰਭੂ ਉਹਨੂੰ, ਯਰੂਸ਼ਲਮ ਦੇ ਮੰਦਰ 'ਚ ਮਿਲੇ। ਉਹੀ ਬੰਦੇ ਜਿਹਦੇ ਵਿੱਚ 38 ਸਾਲ ਤੋਂ ਬੰਦਾ ਬਿਮਾਰ ਸੀਗਾ ਉਹ, ਤੇ ਹੁਣ ਉਹਨੂੰ ਪ੍ਰਭੂ ਮੰਦਰ 'ਚ ਮਿਲੇ ਫੇਰ ਦੁਬਾਰਾ। ਹਾਂਜੀ। ਅਤੇ ਉਹਨੂੰ ਕਿਹਾ, ਵੇਖ ਹੁਣ ਤੂੰ ਚੰਗਾ ਹੋ ਗਿਆ ਹੈ। ਇਹਦਾ ਮਤਲਬ ਕਿ ਉਹਨੂੰ ਪ੍ਰਭੂ ਨੇ ਚੰਗਾ ਕਰਤਾ ਸੀ ਉਸ ਵੇਲੇ। ਪ੍ਰਭੂ ਨੂੰ ਦੁਬਾਰਾ ਮਿਲਿਆ ਬੰਦਾ, ਫੇਰ ਦੁਬਾਰਾ ਮਿਲਿਆ। ਹੋ ਸਕਦਾ ਚਰਚ ਵਿੱਚ ਗਿਆ ਹੋਊਗਾ ਜਾਂ ਦੁਬਾਰਾ ਫੇਰ ਮਿਲਿਆ ਹੋਊਗਾ ਉਹਨੂੰ। ਹਾਂਜੀ, ਕੀ ਕਿਹਾ ਪ੍ਰਭੂ ਨੇ? ਦੁਬਾਰਾ ਪਾਪ ਨਾ ਕਰੀ। ਕਹਿੰਦਾ ਮੈਂ ਤੈਨੂੰ ਚੰਗਾ ਕਰ ਦਿੱਤਾ, ਲੇਕਿਨ ਹੁਣ ਤੂੰ ਕੀ ਨਾ ਕਰੀ? ਤੂੰ ਪਾਪ ਨਾ ਕਰੀ। ਇਹਦਾ ਮਤਲਬ ਬਾਈਬਲ ਦੱਸਦੀ ਕਿ ਪਾਪ ਦੀ ਵਜ੍ਹਾ ਨਾਲ ਕੀ ਸੀਗਾ? 38 ਸਾਲਾਂ ਤੋਂ ਉਹ ਬਿਮਾਰ ਸੀਗਾ, ਉਹਦੇ ਜੀਵਨ 'ਚ ਪਾਪ ਸੀਗਾ। ਅੱਜ ਸਾਡੇ ਜੀਵਨ ਵਿੱਚ ਕੋਈ ਛੁਪੇ ਪਾਪ ਹੁੰਦੇ ਜਿਹੜੇ ਅਸੀਂ ਛੁਪ ਕੇ ਕਰਦੇ ਹਾਂ। ਅਸੀਂ ਲੋਕਾਂ ਤੋਂ ਡਰ ਲੱਗੇ, ਲੋਕਾਂ ਤੋਂ ਛੁਪਾ ਕੇ ਖੁਦਾ ਕੋਲੋਂ ਸੋਚਦੇ ਕਿ ਅਸੀਂ ਖੁਦਾ ਕੋਲੋਂ ਛੁਪਾ ਲਾਂਗੇ, ਲੇਕਿਨ ਨਹੀਂ, ਖੁਦਾ ਕੋਲੋਂ ਕੋਈ ਇਨਸਾਨ ਨਹੀਂ ਛੁਪਾ ਸਕਦਾ। ਅਸੀਂ ਆਪਣੀ ਪਤਨੀ ਨੂੰ ਧੋਖਾ ਦੇ ਸਕਦੇ ਹਾਂ, ਆਪਣੇ ਪਤੀ ਨੂੰ ਧੋਖਾ ਦੇ ਦਾਂਗੇ, ਆਪਣੇ ਮਾਂ-ਬਾਪ ਨੂੰ, ਬੱਚਿਆਂ ਨੂੰ, ਭੈਣ ਭਰਾਵਾਂ ਨੂੰ ਧੋਖਾ ਦੇ ਦਾਂਗੇ, ਲੇਕਿਨ ਯਿਸੂ ਮਸੀਹ ਨੇ ਕਿਹਾ ਕਿ ਤੂੰ ਦੁਬਾਰਾ ਹੁਣ ਕੀ ਨਾ ਕਰੀ? ਪਾਪ ਨਾ ਕਰੀ। ਤੂੰ ਦੁਬਾਰਾ ਹੁਣ ਪਾਪ ਨਾ ਕਰੀ, ਨਹੀਂ ਤਾਂ ਜੇ ਤੂੰ ਦੁਬਾਰਾ ਪਾਪ ਕਰੂੰਗਾ ਫੇਰ ਕੀ ਹੋਊਗਾ? ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਕਿਤੇ ਐਉਂ ਨਾ ਹੋਵੇ ਜੋ ਐਸ ਨਾਲੋਂ ਵੀ ਕੋਈ ਬੁਰੀ ਵਿਪਤਾ ਤੇਰੇ ਉੱਤੇ ਆ ਪਵੇ। ਦੇਖੀਏ ਇਹਦਾ ਮਤਲਬ ਕੀ ਹੈਗਾ? ਜਿਹੜਾ ਬੰਦਾ ਪਾਪ 'ਚ ਡਿੱਗ ਗਿਆ, ਜੇ ਉਹਨੂੰ ਖੁਦਾ ਨੇ ਚੰਗਾਈ ਦੇ ਦਿੱਤੀ ਹੈ, ਉਹਨੂੰ ਬੜਾ ਅਲਰਟ ਰਹਿਣਾ ਚਾਹੀਦਾ ਆ। ਇਹ ਨਾ ਹੋਵੇ ਕਿ ਸ਼ੈਤਾਨ ਦੀਆਂ ਗੱਲਾਂ ਦੇ ਵਿੱਚ ਪੈ ਕੇ ਉਹ ਦੁਬਾਰਾ ਪਾਪ 'ਚ ਡਿੱਗ ਜਾਵੇ। ਤੇ ਕਹਿੰਦੇ ਇਹ ਤੋਂ ਵੀ ਭੈੜੀ ਵਿਪਤਾ 'ਚ ਪੈ ਜਾਊਗਾ ਤੂੰ। ਇਹਦਾ ਮਤਲਬ ਕਿ ਇਹ ਤੋਂ ਅੱਗੇ ਵੀ ਬਹੁਤ ਭੈੜੀ ਗੱਲਾਂ ਹੈਗੀਆਂ ਜਿਹੜੀਆਂ ਖੁਦਾ ਸਾਨੂੰ ਕੀ ਕਰਦਾ ਹੈ? ਉਹਨਾਂ ਗੱਲਾਂ ਤੋਂ ਬਚਾਉਂਦਾ ਹੈ। ਉਹ ਚਾਹੁੰਦਾ ਕਿ ਅਸੀਂ ਸਭ ਲੋਕ ਉਹਨਾਂ ਗੱਲਾਂ ਤੋਂ ਕੀ ਹੋਈਏ? ਬਚੇ ਰਹੀਏ। ਇੱਥੇ ਅਸੀਂ ਇਸ ਗੱਲ ਨੂੰ ਸਪਸ਼ਟ ਦੇਖ ਸਕਦੇ ਹਾਂ ਕਿ ਪਾਪ ਇੱਕ ਇਹੋ ਜਿਹਾ ਕਾਰਨ ਹੈਗਾ ਜਿਹਦੇ ਕਰਕੇ ਤੁਹਾਡੇ ਜੀਵਨ ਦੇ ਵਿੱਚ ਬਿਮਾਰੀਆਂ ਰਹਿ ਸਕਦੀਆਂ ਕਿੰਨੇ ਸਾਲਾਂ ਤੱਕ। ਉਹ ਦੁਸ਼ਟ ਆਤਮਾ ਬਣ ਕੇ ਕੀ ਕਰਦੀ? ਤੁਹਾਡੇ ਸਰੀਰ ਦੇ ਵਿੱਚ ਵੀ ਰਹਿੰਦੀ ਹੈ, ਉਹ ਤੁਹਾਡੇ ਸਰੀਰ ਨੂੰ ਖਰਾਬ ਕਰਦੀ ਹੈ। ਉਹਦੇ ਅਲੱਗ-ਅਲੱਗ ਫਾਰਮ ਹੋ ਸਕਦੇ, ਲੇਕਿਨ ਦੁਸ਼ਟ ਆਤਮਾ ਦਾ ਕੰਮ ਇਹੀ ਹੈ ਕਿ ਤੁਹਾਨੂੰ ਕੀ ਕਰਨਾ? ਉਹਨੇ ਤੁਹਾਡੇ ਜੀਵਨ ਨੂੰ ਨਾਸ਼ ਕਰਨ ਵਾਸਤੇ ਆਉਂਦਾ ਹੈ ਉਹ ਹਮੇਸ਼ਾ। ਉਹਦਾ ਕਾਰਨ ਹੀ, ਉਹਦਾ ਕੰਮ ਹੀ ਇਹੀ ਆ। ਜਦੋਂ ਡੀਜੀਐਸ ਦਿਨਕਰਨ ਜੀ ਜਦੋਂ ਸਵਰਗ ਦੇ ਵਿੱਚ ਲੈ ਗਏ ਉਹਨਾਂ ਨੇ ਆਪਣੀ ਕਿਤਾਬ 'ਚ ਲਿਖੀ ਸੀ ਗੱਲ ਇਹ ਵਾਲੀ। ਕਹਿੰਦਾ ਮੈਂ ਸ਼ੈਤਾਨ ਤੇ ਸ਼ੈਤਾਨ ਦੀਆਂ ਪੂਰੀਆਂ ਫੌਜਾਂ ਨੂੰ ਦੇਖਿਆ ਉੱਥੇ। ਕਹਿੰਦਾ ਬਹੁਤ ਤਰੀਕੇ ਦੇ ਨਾਲ ਇਦਾਂ ਦੀ ਮੀਟਿੰਗ ਹੁੰਦੀ ਹੈ, ਮੀਟਿੰਗ ਕਰਦੇ ਉਹ ਕਹਿੰਦੇ ਕਿ ਝੂਠ ਤੂੰ ਉਹ ਜਾ ਭੈਣ ਦੇ ਜੀਵਨ 'ਚ ਜਾ ਕੇ ਝੂਠ ਦਾ ਕੰਮ ਕਰ। ਦੇਖੀਏ ਉਹਨਾਂ ਨੇ ਪੂਰਾ ਦੱਸਿਆ, ਮੈਂ ਤੁਹਾਨੂੰ ਦੇ ਦੂੰਗਾ ਕਿਤਾਬ ਵਾਲੀ। ਝੂਠ ਦੀ ਦੁਸ਼ਟ ਆਤਮਾ ਕੰਮ ਕਰਦੀ ਹੈ। ਝੂਠ ਕੀ ਹੈਗਾ? ਇੱਕ ਪਾਪ। ਜਨਾਹ ਕਰੀ ਦੁਸ਼ਟ ਆਤਮਾ ਕੰਮ ਕਰਦੀ ਹੈ। ਇਹ ਸਾਰੇ ਫੋਰਸਿਸ ਉਹਨਾਂ ਦੀਆਂ ਹੈਗੀਆਂ ਜਿਹੜੀਆਂ ਕੀ ਕਰਦੀਆਂ? ਉਹਨਾਂ ਨੂੰ ਤਾਂ ਮੀਟਿੰਗ ਹੁੰਦੀ ਪ੍ਰੋਪਰ। ਔਰ ਇੱਕ ਗੱਲ ਤੁਹਾਨੂੰ ਦੱਸਾਂ, ਮੈਂ ਇੱਕ ਹੋਰ ਚੀਜ਼, ਇਹਨਾਂ ਦੇ ਵਿੱਚ ਕਦੀ ਆਪਸ ਵਿੱਚ ਇਹਨਾਂ ਦੀ ਕਦੀ ਲੜਾਈ ਨਹੀਂ ਹੁੰਦੀ।
ਆ ਸਾਡੇ ਆਪਸ ਵਿੱਚ ਹੋ ਕੇ ਝਗੜੇ ਹੁੰਦੇ, ਲੇਕਿਨ ਦੁਸ਼ਟ ਆਤਮਾਵਾਂ ਦੀਆਂ ਲੜਾਈਆਂ ਆਪਸ ਕਦੀ ਨਹੀਂ ਹੁੰਦੀਆਂ। ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਉਹ ਕਦੇ ਲੜਦੇ ਨਹੀਂ ਹੈਗੇ, ਕਦੀ ਅੱਜ ਤੱਕ। ਇਨਸਾਨ ਲੜਦਾ, ਹਾਂਜੀ, ਉਹ ਮਿਲ ਕੇ ਕੰਮ ਕਰਦੇ ਆ, ਉਹ ਕਦੀ ਲੜਦੇ ਨਹੀਂ ਹੈਗੇ। ਸ਼ੈਤਾਨ ਕਦੀ ਲੜ, ਕਿਉਂਕਿ ਵਚਨ 'ਚ ਇੱਕ ਗੱਲ ਪੜ੍ਹ ਸਕਦੇ, ਪ੍ਰਭੂ ਕਹਿੰਦੇ ਜੇ ਦੁਸ਼ਟ ਹੀ ਦੁਸ਼ਟ ਆਪਸ ਵਿੱਚ ਲੜ ਪੈਣ ਤੇ ਕਹਿੰਦੇ ਉਹਨਾਂ ਦਾ ਕੰਮ ਫਿਰ ਕੌਣ ਕਰੂਗਾ ਦੱਸੋ। ਜੇ ਸ਼ੈਤਾਨ ਆਪਸ ਵਿੱਚ ਲੜ ਪਏ ਤੇ ਉਹਨਾਂ ਦਾ ਕੰਮ ਕੌਣ ਕਰੂਗਾ। ਸਾਡੇ ਨਾਲੋਂ ਕਿਤੇ ਜ਼ਿਆਦਾ ਉਹ ਕੀ ਹੈਗਾ ਆਪਸ ਵਿੱਚ, ਉਹ ਕਮਿਟਡ ਆ। ਅਸੀਂ ਤਾਂ ਚਰਚ ਨਹੀਂ ਆਉਂਦੇ ਟਾਈਮ ਦੇ ਉੱਪਰ, ਅਸੀਂ ਚਰਚ ਆਉਂਦੇ ਆਰਾਮ ਨਾਲ ਉੱਠ ਕੇ ਰੋਟੀ ਪਾਣੀ ਖਾ ਕੇ ਪੇਟ ਪੂਜਾ ਕਰਕੇ, ਚਲੋ ਜੀ ਹੁਣ ਅਸੀਂ ਜਾ ਕੇ ਉੱਥੇ ਪ੍ਰਭੂ ਦੇ ਸਹਾਨ ਕਰਨਾ ਜਾ ਕੇ। ਲੇਕਿਨ ਦੁਸ਼ਟਾਂ ਨਹੀਂ ਕਰਦੇ, ਉਹ ਟਾਈਮ ਦੇ ਬੜੇ ਪੱਕੇ ਆ। ਜੇ ਉਹਨੂੰ ਸ਼ੈਤਾਨ ਨੇ ਕਿਹਾ ਨਾ ਤੂੰ ਇਸ ਟਾਈਮ ਤੇ ਪਹੁੰਚਣਾ ਧਰਤੀ ਉੱਪਰ, ਇਹਦੇ ਘਰ ਪਹੁੰਚ ਕੇ ਤੂੰ ਜਾ ਕੇ ਲੜਾਈ ਕਰਵਾਉਣੀ ਹੈ, ਉਹਨੇ ਐਨ ਪੂਰੇ ਟਾਈਮ ਤੇ, ਉਹ ਕਹਿੰਦੇ ਇੱਕ ਵੀ ਸਮਾਂ ਖਰਾਬ ਨਹੀਂ ਕਰਦੇ ਉਹ, ਇੱਕ ਵੀ ਮਿੰਟ ਉਹਨਾਂ ਵਾਸਤੇ, ਕਹਿੰਦੇ ਇੱਕ ਮਿੰਟ ਕੀਮਤੀ ਉਹਨਾਂ ਵਾਸਤੇ। ਉਹਨਾਂ ਦਾ ਪੂਰਾ ਮਕਸਦ ਹੈਗਾ ਵੀ ਅਸੀਂ ਦੁਨੀਆ ਤੋਂ ਵੱਧ ਲੋਕਾਂ ਨੂੰ ਅਸੀਂ ਕਿੱਥੇ ਲੈ ਕੇ ਜਾਣਾ ਸੀ, ਨਰਕ 'ਚ ਲੈ ਕੇ ਜਾਣਾ ਹੈ। ਉਹ ਨਰਕ ਦੀ ਤਿਆਰੀ ਤੁਹਾਡੀ ਕਰਵਾਉਂਦੇ ਆ ਜਿਹੜੇ ਲੋਕ ਪਾਪ ਦੇ ਵਿੱਚ ਜੀਵਨ ਬਤੀਤ ਕਰਦੇ ਆਪਣੇ। ਇਸ ਕਰਕੇ ਹੁਣ ਇੱਥੇ ਕੀ ਕਿਹਾ ਉਹਨੇ, ਕਹਿੰਦਾ ਇਹ ਨਾ ਹੋਵੇ ਕਿ ਇਹ ਤੋਂ ਵੀ ਬੁਰਾ ਤੇਰਾ ਹਾਲ ਹੋ ਜਾਵੇ। ਪ੍ਰਭੂ ਯਿਸੂ ਮਸੀਹ ਨੇ ਇੱਥੇ ਪਾਪ ਦੇ ਬਾਰੇ ਦੱਸਿਆ ਕਿ ਪਾਪ ਇੱਕ ਇਹੋ ਜਿਹਾ ਕਾਰਨ ਆ ਜਿਹਦੇ ਕਰਕੇ ਇਨਸਾਨ ਦੇ ਜੀਵਨ ਦੇ ਵਿੱਚ ਬਿਮਾਰੀ ਆਉਂਦੀ ਹੈ। ਹਾਲੇਲੂਇਆ। ਅੱਗੇ ਅਸੀਂ ਪੜਾਂਗੇ ਮਰਕੁਸ ਦੇ ਵਿੱਚ ਜਾਵਾਂਗੇ ਅਸੀਂ। ਮੈਂ ਤੁਹਾਨੂੰ ਥੋੜਾ ਟੱਚ ਕਰਾਉਂਗਾ, ਮੇਰਾ ਬੱਚਾ ਜ਼ਿਆਦਾ ਵੱਡਾ ਨਹੀਂ ਹੈਗਾ ਜੀ, ਲੇਕਿਨ ਸਿਰਫ ਤੁਹਾਨੂੰ ਟੱਚ ਕਰਾਉਣਾ ਕਿ ਪਾਪ ਇੱਕ ਇਹੋ ਜਿਹਾ ਕਾਰਨ ਆ। ਮਰਕੁਸ ਰਚਿਤ ਸੁਸਮਾਚਾਰ ਜਾਵਾਂਗੇ ਅਸੀਂ 9 ਅਧਿਆਏ ਜੀ, ਅਸੀਂ ਉਹਦੀ 17 ਤੇ 20 ਤੇ 25 ਆਇਤ ਪੜਾਂਗੇ, 3 ਆਇਤਾਂ ਪੜਾਂਗੇ ਅਸੀਂ। ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ, ਗੁਰੂ ਜੀ ਮੈਂ ਆਪਣਾ ਪੁੱਤਰ ਜਿਹਨੂੰ ਗੂੰਗੀ ਰੂਹ ਚਿੰਬੜੀ ਹੋਈ ਹੈ ਤੇਰੇ ਕੋਲ ਲਿਆਇਆ, ਔਰ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਉਸ ਨੂੰ ਪਟਕਾ ਦਿੰਦੀ ਹੈ। ਦੇਖੀਏ ਕੀ ਕਹਿੰਦਾ ਇੱਥੇ, ਕਹਿੰਦਾ ਪਿਤਾ ਮੈਂ ਤੇਰੇ ਕੋਲ ਕੀ ਲੈ ਕੇ ਆਇਆ, ਆਪਣੇ ਪੁੱਤਰ ਨੂੰ ਲੈ ਕੇ ਆਇਆ। ਕਹਿੰਦਾ ਮੈਂ ਪੁੱਤਰ ਲੈ ਕੇ ਆਇਆ ਕਿ ਉਹਨੂੰ, ਉਹਦੇ ਵਿੱਚ ਗੂੰਗੀ ਬਦਰੂ ਆ, ਉਹ ਕੀ ਕਰਦੀ, ਉਹਨੂੰ ਚੱਕ ਕੇ ਉਹਨੂੰ ਕੀ ਕਰਦੀ, ਉਹ ਜ਼ਮੀਨ ਤੇ ਮਾਰਦੀ, ਕਦੀ ਕੰਧ 'ਚ ਮਾਰਦੀ ਹੈ, ਕਦੀ ਕਿਤੇ ਮਾਰਦੀ ਹੈ। ਇਹ ਉਹ ਬਦਰੂ ਕਹਿੰਦੇ ਉਹਦੇ ਵਿੱਚ ਹੈਗੀ। ਅੱਗੇ ਪੜਾਂਗੇ 20 ਦੇ ਵਿੱਚ ਅਸੀਂ। ਉਹਨੂੰ ਉਸ ਦੇ ਕੋਲ ਲਿਆਏ, ਔਰ ਜਾਂ ਉਸਨੇ ਉਹਨੂੰ ਵੇਖਿਆ ਤਾਂ ਰੂਹ ਨੇ ਉਸੇ ਵੇਲੇ ਉਹਨੂੰ ਵੱਡਾ ਮਰੋੜਿਆ ਅਤੇ ਉਹ ਭੂਏ ਡਿੱਗ ਪਿਆ ਔਰ ਛੱਡਦਾ ਹੋਇਆ ਲੇਟਣ ਲੱਗਾ। ਦੇਖੀਏ ਜਿੱਦਾਂ ਹੀ ਉਹਨੇ ਪ੍ਰਭੂ ਨੂੰ ਦੇਖਿਆ, ਉਹਨੇ ਚੱਕ ਕੇ ਫੇਰ ਮਾਰਿਆ ਉਹਨੂੰ ਤੇ ਉਹਦੇ ਮੂੰਹ 'ਚ ਝੱਗ ਆਉਣ ਲੱਗ ਗਈ, ਔਰ ਉਹ ਲੋਟਣ ਲੱਗ ਗਿਆ, ਸੱਪ ਵਾਂਗ ਦਾ ਥੱਲੇ ਜ਼ਮੀਨ ਦੇ ਉੱਪਰ ਲੋਟਣ ਲੱਗ ਗਿਆ। ਉਹ ਅੱਗੇ ਪੜਾਂਗੇ ਅਸੀਂ 25 ਦੇ ਵਿੱਚ ਫੇਰ ਕੀ ਹੋਇਆ, 25 'ਚ। ਹਾਂਜੀ ਜੀ। ਜਦ ਯੀਸ਼ੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ, ਤਦ ਉਹਨੇ ਭ੍ਰਿਸ਼ਟ ਰੂਹ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਕਰਦਾ ਹਾਂ ਜੋ ਇਸ ਵਿੱਚੋਂ ਨਿਕਲ ਜਾ ਅਤੇ ਫੇਰ ਕਦੇ ਇਸ ਵਿੱਚ ਨਾ ਵੜੀ। ਦੇਖਿਏ ਪ੍ਰਭੂ ਨੇ ਕਿਹਾ ਇਹ ਭ੍ਰਿਸ਼ਟ ਰੂਹ ਕਿਹਾ ਉਹਨੂੰ, ਭ੍ਰਿਸ਼ਟ ਆਤਮਾ ਮਤਲਬ ਕਿ ਦੁਸ਼ਟ ਆਤਮਾ ਨੂੰ ਕਿਹਾ ਕਿ ਤੂੰ, ਮੈਂ ਆਰਡਰ ਦਿੰਦਾ ਕਿ ਤੂੰ ਇਹਦੇ ਵਿੱਚੋਂ ਕੀ ਕਰ, ਹੋਣੀ ਨਿਕਲ ਜਾ ਤੇ ਦੁਬਾਰਾ ਨਾ ਇਹਦੇ ਵਿੱਚ ਬੜੀ। ਇਹਦਾ ਮਤਲਬ ਕਿ ਉਹਦੇ ਜੀਵਨ ਦੇ ਵਿੱਚ ਕੀ ਸੀਗਾ, ਪਾਪ ਦੇ ਕਰਕੇ, ਪੱਕੀ ਗੱਲ ਹੈ ਕਿ ਪਾਪ ਦੇ ਕਰਕੇ ਉਹ ਦੁਸ਼ਟ ਆਤਮਾ ਨੇ ਕੀ ਕੀਤਾ ਸੀ, ਉਹਦੇ ਉੱਪਰ ਕਬਜ਼ਾ ਕੀਤਾ ਹੋਇਆ ਸੀਗਾ। ਠੀਕ ਹੈ ਜੀ, ਉਹ ਬਹੁਤ ਬੁਰੀ ਤਰ੍ਹਾਂ ਨਾਲ ਪੋਜੈਸ ਹੋਇਆ ਪਿਆ ਸੀਗਾ ਦੁਸ਼ਟ ਆਤਮਾ ਦੇ ਨਾਲ। ਸਾਡੇ ਆਂਟੀ ਬੈਠੇ ਇੱਥੇ, ਆਹੀ ਗੱਲ ਮੈਂ ਆਂਟੀ ਦੇ ਕੰਨ 'ਚ ਬੋਲੀ ਸੀ ਉਦੋਂ। ਮੈਂ ਕਿਹਾ ਗੂੰਗੀ ਬੋਲੀ ਬਦਰੂਏ, ਮੈਂ ਤੈਨੂੰ ਰੱਦ ਕਰਦਾ ਪ੍ਰਭੂ ਦੇ ਨਾਮ ਦੇ ਵਿੱਚ। ਆਂਟੀ ਦੇ ਪ੍ਰਭੂ ਦੇ ਧਿਆਨ, ਆਂਟੀ ਦਾ ਕੰਨ ਕੀ ਹੋ ਗਿਆ ਉਸੇ ਵੇਲੇ ਖੁੱਲ ਗਿਆ। ਲੇਕਿਨ ਇਹ ਕੀ ਮੈਂ ਕੀਤਾ, ਨਹੀਂ, ਆ ਬੱਚੇ ਨੇ ਕੀਤਾ, ਐਕਚੁਅਲੀ ਆ ਬੱਚੇ ਨੇ ਕੀਤਾ, ਮੈਂ ਨਹੀਂ ਕੀਤਾ ਕੁਝ ਵੀ। ਲੇਕਿਨ ਕੀ ਹੈਗਾ, ਇਹ ਕੀ ਕਰਦੀ, ਇਹ ਸਾਡੇ ਜੀਵਨ ਦੇ ਵਿੱਚ ਆ ਕੇ ਸਾਡੇ ਜੀਵਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੀਆਂ ਚੀਜ਼ਾਂ। ਉਦੋਂ ਕਰਦੇ ਜਦੋਂ ਅਸੀਂ ਪਾਪ ਦੇ ਵਿੱਚ ਅਸੀਂ ਸਾਡਾ ਜੀਵਨ ਰਹਿੰਦਾ ਹੈ। ਤੇ ਮੈਨੂੰ ਬੜੀ ਖੁਸ਼ੀ ਆ ਜਦੋਂ ਦੇ ਆਂਟੀ ਠੀਕ ਹੋਇਆ, ਆਂਟੀ ਕਹਿੰਦੇ, ਮੈਨੂੰ ਦੱਸਿਆ ਦੀਪੂ ਨੇ, ਕਹਿੰਦੇ ਸਾਡੇ ਮੰਮੀ ਰੋਜ਼ ਬਾਈਬਲ ਪੜ੍ਹਦੇ। ਕਿੰਨੀ ਅੱਛੀ ਗੱਲ ਹੈ। ਅੱਗੇ ਕਹਿੰਦੇ ਸੀ, ਮੈਂ ਕਹਿੰਦੇ ਬਾਈਬਲ ਨਹੀਂ ਸੀ, ਮੈਂ ਕਹਿੰਦੇ ਪੜ੍ਹ ਹੁੰਦੀ, ਕਿਉਂਕਿ ਇਹ ਦੁਸ਼ਟ ਆਤਮਾ ਹੁੰਦੇ ਜਿਹੜੇ ਸਾਨੂੰ ਕੀ ਕਰਦੇ, ਇਹ ਰੋਕਦੇ ਆ ਸਾਨੂੰ ਬਾਈਬਲ ਪੜ੍ਹਨ ਤੋਂ। ਉਹਨਾਂ ਦੀ ਅੱਖਾਂ ਅੱਗੇ ਕਹਿੰਦਾ ਬਾਈਬਲ ਇਦਾਂ ਹੁੰਦੀ ਸੀ, ਅੱਖਾਂ ਅੱਗੇ ਇਦਾਂ, ਅਕਸਰ ਅੱਖਾਂ ਨਹੀਂ ਸਮਝ ਆਉਂਦੀ ਸੀ ਇਹਨਾਂ ਨੂੰ। ਏਦਾਂ ਮੇਰੀ ਮਾਂ ਨਾਲ ਵੀ ਹੁੰਦਾ ਸੀਗਾ, ਸੇਮ ਗੱਲ ਮੇਰੀ ਮਾਂ ਨਾਲ ਹੁੰਦੀ ਸੀ। ਜਦੋਂ ਮੰਮੀ ਸਾਡੇ ਜਦੋਂ ਪੜ੍ਹਦੇ ਸੀ, ਕਹਿੰਦੇ ਮੇਰੀਆਂ ਅੱਖਾਂ ਅੱਗੇ ਨਾ ਇਦਾਂ ਬਾਈਬਲ ਇਦਾਂ ਹੁੰਦੀ ਪਈ। ਕੌਣ ਸੀਗਾ ਉਹਦੇ ਵਿੱਚ, ਦੁਸ਼ਟ ਆਤਮਾ ਸੀਗੀ। ਜਦੋਂ ਕਹਿੰਦੀ ਸੀ ਮੈਂ ਨਹੀਂ ਜਾਣਾ ਇਹਦੇ ਵਿੱਚੋਂ, ਕਿਉਂ, ਪਾਪ ਦੇ ਕਰਕੇ। ਪਾਪ ਕਰਕੇ ਹੀ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਖੁਦਾ ਚਾਹੁੰਦਾ ਕਿ ਅਸੀਂ ਠੀਕ ਹੋਈਏ, ਲੇਕਿਨ ਸਾਡੀਆਂ ਗੱਲਾਂ ਕਰਕੇ ਅਸੀਂ ਕੀ ਕਰਦੇ, ਖੁਦਾ ਦੀ ਉਸ ਪਲਾਨ ਨੂੰ ਅਸੀਂ ਹੱਲੇ ਵੀ ਡਿਲੇ ਕਰਦੇ ਪਏ, ਅਸੀਂ ਉਹਨੂੰ ਪਿੱਛੇ ਕਰੀ ਜਾ ਰਹੇ। ਅੱਗੇ ਪੜਾਂਗੇ ਅਸੀਂ ਲੂਕਾ ਰਚਿਤ ਸੁਸਮਾਚਾਰ, ਉਹਦੀ ਅਸੀਂ 13 ਅਧਿਆਏ, ਉਹਦਾ ਅਸੀਂ 11 ਤੋਂ 13 ਪੜਾਂਗੇ। ਮੈਂ ਤੁਹਾਨੂੰ ਸਿਰਫ ਟੱਚ ਕਰਾਉਣਾ ਹੈ। ਹਾਂਜੀ ਪੜ੍ਹੀਏ ਜੀ। ਔਰ ਵੇਖੋ ਇੱਕ ਤੀਵੀਂ ਸੀ ਜਿਹਨੂੰ 18 ਵਰਿਆਂ ਤੋਂ
ਮਾਂਦਗੀ ਦਾ ਆਤਮਾ ਚਿੰਬੜਿਆ ਹੋਇਆ ਸੀ। ਕਾਹਦਾ ਭਲਾ ਆਤਮਾ ਚਿੰਬੜਿਆ ਸੀ? ਮਾਂਦਗੀ, ਕਮਜ਼ੋਰੀ, ਮਾਂਦਗੀ, ਕਮਜ਼ੋਰੀ ਦਾ, ਡਿਸੇਬਿਲਿਟੀ ਦਾ, ਇਹਨੂੰ ਕਹਿੰਦੇ ਹੈਗੇ ਆ ਦ ਸਪਿਰਿਟ ਆਫ ਡਿਸੇਬਿਲਿਟੀ। ਇਹ ਸਪਿਰਿਟ ਹੈਗੀ ਆ ਜਿਹੜੀ ਕੀ ਕਰਦੀ ਆ? ਡਿਸੇਬਲ ਕਰਦੀ ਇਨਸਾਨ ਦੇ ਅੰਦਰ ਜਾ ਕੇ, ਉਹਨੂੰ ਪਤਲਾ ਕਰਦੀ ਹੈ, ਉਹਦੀ ਹੱਡੀਆਂ ਨੂੰ ਖੋਰਦੀ ਹੈ, ਉਹਦੀ ਹੱਡੀਆਂ ਨੂੰ ਕੀ ਕਰਦੀ ਆ? ਉਹਦੇ ਬੋਡੀ ਵਿੱਚ ਉਹਦੇ ਚੇਂਜ ਕਰਦੀ ਹੈ। ਉਹਨੂੰ ਦੇਖਿਆ ਅਸੀਂ ਇਹਨੂੰ ਇੰਗਲਿਸ਼ ਹਿੰਦੀ 'ਚ ਪੜਾਂਗੇ, ਅਸੀਂ ਇਹਨੂੰ हिंदी में बहुत अच्छा लिखा है। और देखो एक स्त्री थी जिसे 18 वर्ष से एक दुर्बल करने वाली, हाँ जी, एक दुर्बल करने वाली दुष्ट आत्मा सी ਉਹਦੇ ਵਿੱਚ, दुष्ट आत्मा लगी थी, हाँ, और वे कुबड़ी हो गई थी। देखियो कुबड़ी करता सी उन्होंने दुष्ट आत्मा ने, और किसी रीति से सीधा नहीं हो सकती थी। हाँ जी। यीशु ने ਉਹਨੂੰ ਵੇਖ ਕੇ ਕੋਲ ਸੱਦਿਆ, और ਉਹਨੂੰ ਕਿਹਾ ਤੂੰ ਆਪਣੀ ਮਾਂਦਗੀ ਤੋਂ ਛੁੱਟ ਗਈ ਹੈ। ਕਹਿੰਦਾ ਤੂੰ ਆਪਣੀ ਮਾਂਦਗੀ ਤੋਂ ਛੁੱਟ ਗਈ ਹੈ, ਤੈਨੂੰ ਅੱਜ ਮੈਂ ਕੀ ਕੀਤਾ? ਤੈਨੂੰ ਮੈਂ ਉਸ ਗੱਲ ਤੋਂ ਛੁਡਾ ਦਿੱਤਾ ਹੈ। ਤੇਰੇ ਅੰਦਰੋਂ ਦੁਸ਼ਟ ਆਤਮਾ ਕੀ ਹੋ ਗਈ? ਉਹ ਨਿਕਲ ਚੁੱਕੀ ਹੈ। ਕੀ ਹੋਇਆ ਫਿਰ? ਅਤੇ ਉਸਨੇ ਅਤੇ ਉਸ ਉੱਤੇ ਹੱਥ ਰੱਖੇ ਤਾਂ ਤਿਵੇਂ ਉਹ ਸਿੱਧੀ ਹੋ ਗਈ। ਦੇਖਿਓ ਸਿੱਧੀ ਹੋ ਗਈ। ਕੈਸਾ ਚਮਤਕਾਰ ਹੈ। ਮੇਰਾ ਨਾਨਾ ਸੀ ਨਾ, ਮੇਰਾ ਨਾਨਾ ਸੀ ਕੁਬੜਾ, ਤਾਂ ਮੈਨੂੰ ਪਤਾ ਵੀ ਉਹ ਕੁੱਬਾ, ਸਾਰੀ ਉਮਰ ਕੁੱਬਾ ਰਿਹਾ, ਉਹਦਾ 6 ਫੁੱਟ ਹਾਈਟ ਸੀ ਉਹਦੀ। ਤੇ ਮੈਨੂੰ ਇੱਥੋਂ ਬਾਅਦ ਪਤਾ ਲੱਗਾ ਵੀ ਉਹਦੇ ਵਿੱਚ ਵੀ ਇਹ ਦੁਸ਼ਟ ਆਤਮਾ ਫੜਿਆ ਸੀ ਉਹਨੂੰ। ਇਹਦਾ ਮਤਲਬ ਕਿ ਜਿੰਨੇ ਕੁੱਬੇ ਲੋਕ ਹੈਗੇ ਆ ਉਹਨਾਂ ਵਿੱਚ ਇਹ ਦੁਸ਼ਟ ਆਤਮਾ ਕੀ ਹੈਗੀ? ਉਹਨਾਂ ਨੂੰ ਫੜਿਆ ਹੋਇਆ, ਉਹਨਾਂ ਦੀ ਬੋਡੀ ਨੂੰ। ਇਹਦੇ ਕਾਰਨ ਕੀ ਹੈਗੇ? ਇਹਦੇ ਕਾਰਨ ਅਸੀਂ ਬਾਈਬਲ 'ਚ ਪੜ੍ਹ ਸਕਦੇ ਹਾਂ, ਵਿਵਸਥਾ ਵਿੱਚ ਲਿਖਿਆ ਹੈ, ਕਹਿੰਦੇ ਜੇ ਤੂੰ ਆਪਣੇ ਪਾਪ ਨਹੀਂ ਛੱਡੂਗਾ ਤੇ ਮੈਂ ਤੇਰੇ ਕਰਕੇ ਤੇਰੇ ਬੱਚਿਆਂ ਦੇ ਉੱਪਰ ਮੈਂ ਕੀ ਕਰੂੰਗਾ? ਮੈਂ ਆਪਣਾ ਸ਼ਰਾਪ ਭੇਜੂਗਾ। ਮੈਂ ਇਹ ਖੁਦਾਵੰਦ ਦਾ ਸ਼ਰਾਪ ਆ, ਉਹਦਾ ਕ੍ਰੋਧ ਹੈਗਾ, ਜਿਹਦੇ ਕਰਕੇ ਜੇ ਅਸੀਂ ਅੱਜ ਪਾਪ ਕਰਦੇ ਹਾਂ ਤੇ ਸਾਡੀਆਂ ਪਾਪਾਂ ਦਾ ਜਿਹੜੀ ਆਪਣਾ ਭੁਗਤਾਈ ਹੈਗੀ ਉਹ ਸਾਡੇ ਬੱਚਿਆਂ ਨੂੰ ਵੀ ਕਰਨੀ ਪੈ ਸਕਦੀ ਹੈ। ਇਹ ਮੈਂ ਨਹੀਂ ਕਹਿੰਦਾ, ਆਪਣੇ ਬਾਈਬਲ ਦੱਸਦੀ ਸਾਨੂੰ ਇਹ। ਇਹਦਾ ਮਤਲਬ ਕਿ ਮੇਰੇ ਨਾਨੇ ਦੇ ਉੱਪਰ ਵੀ ਇਹੋ ਜਿਹੀ ਕੋਈ ਗੱਲ ਸੀ, ਜਿਹੜੇ ਉਹਦੇ ਕਿਸੇ ਬਜ਼ੁਰਗ ਨੇ ਜਾਂ ਉਹਨੇ ਕੋਈ ਇਹੋ ਜਿਹਾ ਪਾਪ ਕੀਤਾ ਹੋਊਗਾ ਜਿਹਦੇ ਕਰਕੇ ਉਹਦੇ ਜੀਵਨ ਦੇ ਵਿੱਚ ਇਹ ਗੱਲਾਂ ਸੀਗੀਆਂ। ਅਸੀਂ ਇਸ ਗੱਲ ਨੂੰ ਦੇਖ ਸਕਦੇ ਤੇ ਖੁਦਾ ਨੇ ਕੀ ਕੀਤਾ ਉੱਥੇ? ਉਹਨੂੰ ਖੁਦਾ ਨੇ ਚੰਗਾਈ ਦੇ ਦਿੱਤੀ, ਉਹ ਸਿੱਧੀ ਹੋ ਗਈ। ਉਹ ਹੁਣ ਕੁਬੜਾ ਬੰਦਾ ਸਿੱਧਾ ਹੋ ਜਾਵੇ, ਕਿੰਨਾ ਵੱਡਾ ਚਮਤਕਾਰ ਹੈ। ਜਿਹਨੂੰ ਤੁਸੀਂ ਸਾਰੀ ਉਮਰ ਦੇਖਦੇ ਆ ਰਹੇ ਕਿ ਕੁੱਬਾ ਆਇਆ ਬੰਦਾ ਹੈ ਜਾਂ ਕੁਬੜੀ ਔਰਤ ਆ, ਜੋ ਸਿੱਧੀ ਹੋ ਕੇ ਤੁਰਦੀ ਪਈ ਆ, ਤੇ ਉਹਦੇ ਜੀਵਨ ਦੇ ਵਿੱਚ ਕੀ ਸੀਗੀ? ਇਹ ਦੁਸ਼ਟ ਆਤਮਾ ਨੇ ਫੜਾਇਆ ਸੀ ਉਹਨੂੰ, ਸ਼ੈਤਾਨ ਦੀਆਂ ਦੁਸ਼ਟ ਸ਼ਕਤੀਆਂ ਨੇ। ਔਰ ਇਹ ਗੱਲਾਂ ਵਚਨ ਦੱਸਦਾ ਕਿ ਇਹ ਗੱਲਾਂ ਹੈਗੀਆਂ ਆ। ਉਹਦੀ ਪੂਰੀ ਸੇਨਾ ਆ, ਪੂਰਾ ਬੈਠ ਕੇ ਪਲਾਨ ਕਰਦੇ ਆ ਕਿ ਇਹਦੇ ਜੀਵਨ 'ਚ ਜਾ ਕੇ ਉਹਨਾਂ ਨੇ ਕਿਹੜੇ ਕਿਹੜੇ ਪਲਾਨ ਕਰਨੇ, ਕਿਹਨੂੰ ਟਿਊਮਰ ਦੇਣਾ ਹੈ, ਕਿਹਨੂੰ ਕੈਂਸਰ ਦੇਣਾ ਹੈ, ਕਿਹਨੂੰ ਕੋਈ ਦੇਣਾ। ਲੇਕਿਨ ਉਹਦਾ ਕਾਰਨ ਇੱਕ ਹੀ ਆ, ਉਹਦਾ ਰਸਤਾ ਇੱਕ ਹੀ ਆ, ਸੋਰਸ ਉਹ ਕੀ ਹੈਗਾ? ਉਹ ਪਾਪ। ਉਹਦਾ ਰਸਤਾ ਇੱਕ ਹੀ ਆ, ਪਾਪ। ਸ਼ੈਤਾਨ ਜਦ ਤੱਕ ਤੁਹਾਨੂੰ ਟੱਚ ਨਹੀਂ ਕਰ ਸਕਦਾ ਜਦ ਤੱਕ ਤੁਹਾਡੇ ਜੀਵਨ ਦੇ ਵਿੱਚ ਪਾਪ ਨਹੀਂ ਹੈਗਾ। ਹੁਣ ਇੱਥੇ ਅਸੀਂ ਪੜਾਂਗੇ, ਅਸੀਂ ਜਾਵਾਂਗੇ ਹੁਣ ਐਕਟ ਤੇ ਜਾਵਾਂਗੇ, ਅਸੀਂ ਪ੍ਰੇਰਿਤੋਂ ਕੇ ਕਾਮ ਜਾਵਾਂਗੇ। ਅਸੀਂ ਉੱਥੇ ਅਸੀਂ 19 ਅਧਿਆਇ 'ਚ ਪੜਾਂਗੇ, ਰਸੂਲਾਂ ਦੇ ਕਰਤੱਵ 19 ਅਧਿਆਇ, ਤੇ ਉਹਦਾ ਅਸੀਂ 11 ਤੇ 12 ਆਇਤ ਪੜਾਂਗੇ, 2 ਆਇਤਾਂ ਪੜਾਂਗੇ ਅਸੀਂ ਜੀ। ਪਰਮੇਸ਼ਰ ਪੌਲਸ ਦੇ ਹੱਥੋਂ ਅਨੋਖੀਆਂ ਕਰਾਮਾਤਾਂ ਵਿਖਲਾਉਂਦਾ ਸੀ। ਹਾਂਜੀ। ਇੱਥੋਂ ਤੀਕ ਜੋ ਰੁਮਾਲ ਔਰ ਪਟਕੇ ਉਹਦੇ ਸਰੀਰ ਨੂੰ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ ਅਤੇ ਉਹਨਾਂ ਦੇ ਰੋਗ ਜਾਂਦੇ ਰਹਿੰਦੇ ਹਨ ਔਰ ਦੁਸ਼ਟ ਆਤਮੇ ਨਿਕਲ ਜਾਂਦੇ ਸਨ। ਪ੍ਰੇਜ਼ ਦ ਲਾਰਡ। ਦੇਖੀਏ ਇੱਥੇ ਕੀ ਹੁੰਦਾ ਪਿਆ। ਇੱਥੇ ਪੌਲਸ ਜਿਹੜਾ ਸੀਗਾ, ਸੰਤ ਪੌਲਸ ਕਹਿੰਦੇ ਉਹਦੇ ਕੋਲ ਖੁਦਾਵੰਦ ਇਹੋ ਜਿਹੀਆਂ ਕਰਮਾਤਾਂ ਕਰਾਉਂਦਾ ਸੀਗਾ, ਇਹੋ ਜਿਹੇ ਚਮਤਕਾਰ ਕਰਦਾ ਸੀਗਾ, ਲੋਕੀ ਉਹਦੇ ਰੁਮਾਲ ਨੂੰ ਟੱਚ ਕਰਦੇ ਸੀਗੇ। ਸਿਰਫ ਰੁਮਾਲ ਟੱਚ ਕਰਨ ਦੇ ਨਾਲ ਲੋਕੀ ਕੀ ਹੁੰਦੇ ਸੀਗੇ? ਉਹ ਚੰਗੇ ਹੋ ਜਾਂਦੇ ਸੀ। ਲੋਕੀ ਚੰਗੇ ਹੁੰਦੇ ਸੀਗੇ। ਦੁਸ਼ਟ ਆਤਮਾ ਚ ਕੀ ਹੁੰਦੀਆਂ ਸੀਗੀਆਂ? ਫਿਰ ਨਿਕਲ ਜਾਂਦੀਆਂ ਸੀਗੀਆਂ। ਕਾਹਦੇ ਨਾਲ ਭਲਾ? ਉਹਨੇ ਨਾ ਟੱਚ ਕੀਤਾ ਨਾ ਕੋਈ, ਸਿਰਫ ਇੱਕ ਰੁਮਾਲ ਦੇ ਨਾਲ। ਇਦਾਂ ਹੀ ਪਤਰਸ ਨੂੰ ਵੀ ਅਸੀਂ ਦੇਖ ਸਕਦੇ ਹਾਂ, ਪਤਰਸ ਦੇ ਪਰਛਾਵੇਂ ਤੋਂ ਲੋਕੀ ਠੀਕ ਹੋਏ ਸੀਗੇ। ਹਾਲੇਲੂਇਆ। ਬੈਨੀਹੀਨ ਜਿਹਨੂੰ ਜਸ ਦੇਖਿਆ ਸੀ, ਬੈਨੀਹੀਨ ਜਿਸ ਕੋ ਬੈਨੀ ਨੇ ਆਪਣਾ ਕੋਟ ਮਾਰਦਾ ਸੀ, ਤਾਂ ਕੋਟ ਨੂੰ ਟੱਚ ਕਰਨ ਲੋਕੀ ਠੀਕ ਹੁੰਦੇ ਸੀਗੇ। ਅਸੀਂ ਇਦਾਂ ਦੇ ਬਹੁਤ ਲੋਕ ਦੇਖੇ ਆ। ਸਾਡੇ ਆਪਣੇ ਪਾਸਟਰ ਜੀ ਦੇ ਨਾਲ ਹੋਇਆ ਇਦਾਂ, ਉਹਨਾਂ ਦਾ ਕਿਸੇ ਨੇ ਰੁਮਾਲ ਦਾ ਲੈ ਕੇ ਤੇ ਉਹਨੂੰ ਪਾਣੀ 'ਚ ਪਾ ਕੇ ਪਾਣੀ ਪੀ ਗਿਆ, ਉਹ ਬੰਦਾ ਠੀਕ ਹੋ ਗਿਆ ਕੈਂਸਰ ਤੋਂ। ਇਦਾਂ ਦੇ ਕਿੰਨੇ ਚਮਤਕਾਰ ਅਸੀਂ ਦੇਖਦੇ। ਲੇਕਿਨ ਕਿੱਦਾਂ ਹੁੰਦਾ? ਇਹਨੂੰ ਕਰਦਾ ਕੌਣ ਆ? ਇਹਨੂੰ ਉਹੀ ਕਰਦਾ ਜਿਹੜਾ ਆਪਣੇ ਪਾਪ ਨੂੰ ਛੱਡ ਕੇ ਵਿਸ਼ਵਾਸ ਕਰਦਾ ਕਿ ਮੈਂ ਉਸ ਤੋਂ ਬਾਅਦ 'ਚ ਪਾਪ ਨਹੀਂ ਕਰਨਾ। ਉਹਦੇ ਜੀਵਨ 'ਚ ਹੋਊਗਾ ਇਹ ਗੱਲ। ਠੀਕ ਆ। ਸਾਡੇ ਕੋਲ ਪਰਮੇਸ਼ਵਰ ਦੇ ਪਲਾਨ ਹੈਗੇ ਸਾਡੇ ਜੀਵਨ ਦੇ ਵਿੱਚ। ਕਾਹਦੇ ਹੈਗੇ ਪਲਾਨ? ਉਹ ਸਾਨੂੰ ਡਿਲੀਵਰੈਂਸ ਦੇ ਪਲਾਨ ਹੈਗੇ ਉਹਦੇ ਜੀਵਨ ਦੇ ਵਿੱਚ। ਉਹ ਚਾਹੁੰਦਾ ਕਿ ਅਸੀਂ ਹਰੇਕ ਇਨਸਾਨ ਜਿਹੜਾ ਹੈਗਾ ਉਹ ਡਿਲੀਵਰੈਂਸ ਪ੍ਰਾਪਤ ਕਰੇ, ਯਾਨੀ ਕਿ ਛੁਟਕਾਰਾ ਪ੍ਰਾਪਤ ਕਰੇ। ਜੇ ਅਸੀਂ ਪਾਪ ਦੇ ਵਿੱਚ ਹੈਗੇ, ਸਾਨੂੰ ਕੀ ਮਿਲਦੀ ਹੈ? ਪਾਪਾਂ ਦੀ ਮਾਫੀ। ਜਿਸ ਪਾਪ ਕਰਦੇ ਸਾਡੇ ਕੋਲ ਕੀ ਹੈਗੀ ਆ? ਪਾਪਾਂ ਦੀ ਮਾਫੀ। ਉਹਨੇ ਆਪਣੀ ਮਾਫੀ ਰੱਖੀ ਹੈ ਕਿਹਦੇ ਵਿੱਚ? ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਵਿੱਚ। ਠੀਕ ਹੈ। ਜੇ ਅਸੀਂ ਮਰ ਜਾਂਦੇ ਆ, ਪ੍ਰਭੂ ਨੇ ਕੀ ਰੱਖੀ ਹੈ? ਜੀਵਨ ਰੱਖਿਆ ਅਨੰਤ ਕਾਲ ਦਾ। ਕਿਹਦੇ ਵਿੱਚ? ਪ੍ਰਭੂ ਯਿਸੂ ਮਸੀਹ ਦੇ ਵਿੱਚ। ਹਾਲੇਲੂਇਆ। ਤੇ ਜੇ ਅਸੀਂ ਰੋਗੀ ਹੈਗੇ ਤਾਂ ਵੀ ਕੀ ਰੱਖੀ ਪ੍ਰਭੂ ਨੇ? ਚੰਗਾਈ ਰੱਖੀ ਆ। ਕਾਹਦੇ ਵਿੱਚ? ਪ੍ਰਭੂ ਯਿਸੂ ਮਸੀਹ ਦੇ ਵਿੱਚ। ਹਾਲੇਲੂਇਆ। ਲੇਕਿਨ ਇਹਨੂੰ ਅਸੀਂ ਕਿੱਦਾਂ ਲੈ ਸਕਦੇ ਹਾਂ? ਅਸੀਂ ਇਹਨੂੰ ਆਪ ਲੈ ਸਕਦੇ ਹਾਂ। ਇਹ ਸਾਡਾ ਚੋਣ ਹੈ, ਸਾਡੀ
ਇਹ ਸਾਡੀ ਆਪਣੀ ਚੋਣ ਹੈਗੀ ਆ। ਜੇ ਮੈਂ ਚਾਹੁੰਦਾ ਹਾਂ ਤਾਂ ਮੈਂ ਠੀਕ ਹੋ ਸਕਦਾ ਹਾਂ। ਖੁਦਾ ਚਾਹੁੰਦਾ ਆ, ਲੇਕਿਨ ਉਸ ਤੋਂ ਬਾਅਦ ਚ ਖੁਦਾ ਤੁਹਾਡੀ ਵੇਟ ਕਰਦਾ ਕਿ ਜੇ ਤੂੰ ਚਾਹੁੰਦਾ ਤੇ ਫੇਰ ਮੈਂ ਤੈਨੂੰ ਦਊਂਗਾ। ਆਈਏ ਪੜਾਂਗੇ ਅਸੀਂ ਪ੍ਰਭੂ ਕੀ ਕਹਿੰਦਾ ਹੁਣ ਅੱਗੇ। ਹਾਂਜੀ 103 ਜ਼ਬੂਰ ਚ ਜਾਵਾਂਗੇ ਅਸੀਂ। ਪ੍ਰੇਜ਼ ਦ ਲਾਰਡ। ਜ਼ਬੂਰਾਂ ਦੀ ਪੋਥੀ 103 ਜੀ 103 ਅਸੀਂ ਉਹਦੀ 1 ਤੋਂ 5 ਆਇਤ ਪੜਾਂਗੇ। ਹਾਲੇਲੂਇਆ। ਇਹ ਹੈਗਾ ਖੁਦਾਵੰਦ ਦਾ ਪਲਾਨ ਜਿਹੜਾ ਅਸੀਂ ਪੜਨ ਜਾ ਰਹੇ ਹਾਂ। ਇਹ ਸਾਡੇ ਹਰੇਕ ਦੇ ਜੀਵਨ ਦੇ ਵਿੱਚ ਪਲਾਨ ਆ ਖੁਦਾਵੰਦ ਦਾ। ਇਹ ਪ੍ਰਭੂ ਦੀ ਕੀ ਹੈਗੀ ਹੈ ਯੋਜਨਾ ਆ ਹਰੇਕ ਉਸ ਦੇ ਜੀਵਨ ਦੇ ਵਿੱਚ ਜਿਹੜਾ ਵੀ ਕੋਈ ਪ੍ਰਭੂ ਦੇ ਉੱਪਰ ਵਿਸ਼ਵਾਸ ਕਰਦਾ ਹੈ, ਜਿਹੜਾ ਸੱਚੀ ਮੁੱਚੀ ਮੰਨਦਾ ਕਿ ਪਰਮੇਸ਼ਵਰ ਹੈਗਾ ਆ। ਅਸੀਂ ਪੜਾਂਗੇ ਇੱਕ ਇੱਕ ਕਰਕੇ ਪੜਾਂਗੇ ਅਸੀਂ ਇਹਨੂੰ। ਹੇ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ। 103 ਜ਼ਬੂਰ ਪਹਿਲੀ ਆਇਤ। ਹੇ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ ਅਤੇ ਜੋ ਕੁਝ ਮੇਰੇ ਅੰਦਰ ਹੈ ਉਸ ਦੇ ਪਵਿੱਤਰ ਨਾਮ ਨੂੰ ਮੁਬਾਰਕ ਆਖੇ। ਪ੍ਰੇਜ਼ ਦ ਲਾਰਡ। ਅੱਗੇ ਪੜ੍ਹ ਜਾਈਏ 5 ਤੱਕ ਪੜਾਂਗੇ ਅਸੀਂ। ਹੇ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ ਅਤੇ ਉਹਦੇ ਸਾਰੇ ਉਪਕਾਰ ਨਾ ਵਿਸਾਰ। ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ। ਅੱਗੇ ਔਰ ਉਹ ਸਾਰੇ ਰੋਗਾਂ ਤੇ ਤੈਨੂੰ ਨਿਰੋਇਆ ਕਰਦਾ ਹੈ। ਜੇ ਅਸੀਂ ਖੁਦਾ ਦੇ ਅੱਗੇ ਆਪਣੇ ਆਪ ਨੂੰ ਹੰਬਲ ਕਰਦੇ ਹਾਂ ਤੇ ਪ੍ਰਭੂ ਕਹਿੰਦਾ ਕਿ ਮੈਂ ਕੀ ਕਰਦਾ ਤੇਰੀਆਂ ਸਾਰੀਆਂ ਬੁਰਾਈਆਂ ਨੂੰ, ਜਦੋਂ ਆਪਣਾ ਪਾਪ ਮੰਨੂਗਾ ਤੇ ਮੰਨੂਗੀ ਕੀ ਹੋਗਾ ਫਿਰ ਉਹ ਕਹਿੰਦਾ ਮੈਂ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਕੀ ਕਰੂੰਗਾ ਖਿਮਾ ਕਰੂੰਗਾ ਔਰ ਉਹ ਸਾਰੇ ਰੋਗਾਂ ਤੋਂ ਤੈਨੂੰ ਨਿਰੋਇਆ ਕਰਦਾ ਹੈ। ਦੇਖੀਏ ਧਿਆਨ ਨਾਲ ਦੇਖੀਏ ਇਸ ਗੱਲ ਨੂੰ। ਥੋੜਾ ਜਿਹਾ ਅਸੀਂ ਇਹਦੇ ਉੱਪਰ ਪੌਜ਼ ਕਰਾਂਗੇ। ਇਹਦੇ ਉੱਪਰ ਇੱਥੇ ਦੋ ਗੱਲਾਂ ਆ। ਪਹਿਲੀ ਗੱਲ ਕੀ ਕਹਿੰਦਾ ਖੁਦਾਵੰਦ ਕਹਿੰਦਾ ਪਹਿਲੇ ਤੂੰ ਕੀ ਕਰ ਆਪਣੇ ਪਾਪ ਦੀ ਮਾਫੀ ਮੰਗ, ਫੇਰ ਤੈਨੂੰ ਕੀ ਕਰੂੰਗਾ ਮੈਂ ਨਿਰੋਇਆ ਕਰੂੰਗਾ ਤੈਨੂੰ, ਫੇਰ ਤੈਨੂੰ ਮੈਂ ਚੰਗਾਈ ਤੈਨੂੰ ਦਊਂਗਾ ਮੈਂ ਤੇਰੇ ਚਾਹੇ ਸਰੀਰ ਚੰਗਾਈ ਚਾਹੇ ਆਤਮਿਕ ਚੰਗਾਈ। ਲੇਕਿਨ ਕਦੋਂ? ਜਦੋਂ ਤੂੰ ਮਾਫੀ ਵਾਲਾ ਮਨ ਲੈ ਕੇ ਮੇਰੇ ਕੋਲ ਆਊਂਗਾ, ਜਦੋਂ ਪਛਤਾਪ ਕਰੂੰਗਾ ਤੂੰ। ਬਿਨਾਂ ਪਛਤਾਪ ਤੋਂ ਅਸੀਂ ਜੋ ਮਰਜ਼ੀ ਕਰ ਲਈਏ ਖੁਦਾ ਤੁਹਾਨੂੰ ਚੰਗਾ ਨਹੀਂ ਕਰੂਗਾ, ਕਿਉਂਕਿ ਬਾਈਬਲ ਕਹਿੰਦੀ ਇਸ ਗੱਲ ਨੂੰ। ਕਹਿੰਦਾ ਪਹਿਲੇ ਤੂੰ ਆਪਣੇ ਅਪਰਾਧਾਂ ਨੂੰ ਮੇਰੇ ਸਾਹਮਣੇ ਕੀ ਕਰ, ਆਪਣੀ ਸਾਰੀਆਂ ਬੁਰਾਈਆਂ ਨੂੰ ਕੀ ਕਰ ਤੂੰ ਮੰਨ ਲਾ ਮੇਰੇ ਸਾਹਮਣੇ। ਅਸੀਂ ਹੁਣ ਜਾਵਾਂਗੇ ਯਾਕੂਬ ਦਾ ਖਤ ਪੜਾਂਗੇ ਅਸੀਂ ਉਹਦੀ 5 ਚੈਪਟਰ ਨੂੰ ਖੋਲਾਂਗੇ ਅਸੀਂ। ਯਾਕੂਬ, ਹਾਂ ਯਾਕੂਬ, ਹਾਂਜੀ ਅਸੀਂ ਉਹਦੇ 3 ਆਇਤਾਂ ਪੜਾਂਗੇ 13, 14 ਤੇ 15, 16। ਕੀ ਤੁਹਾਡੇ ਵਿੱਚ ਕੋਈ ਦੁਖੀ ਹੈ? ਕਹਿੰਦਾ ਕੀ ਤੁਹਾਡੇ ਵਿੱਚ ਕੋਈ ਦੁਖੀ ਹੈ। ਇਹ ਗੱਲ ਕੀਤੀ ਜਾ ਰਹੀ ਹੈਗੀ ਆ ਜਿਹੜੀ ਚਰਚ ਨੂੰ ਦੱਸੀ ਜਾ ਰਹੀ ਗੱਲ ਹੈ। ਜੇ ਚਰਚ ਵਿੱਚ ਕੋਈ ਬੰਦਾ ਬਿਮਾਰ ਆ ਜਾਂ ਕਿਸੇ ਗੱਲ ਤੋਂ ਪਰੇਸ਼ਾਨੀ ਚ ਆ, ਉਹਦੇ ਵਾਸਤੇ ਕੀ ਕਰਨਾ ਚਾਹੀਦਾ ਸਾਨੂੰ, ਕਿਉਂਕਿ ਅਸੀਂ ਐਜ਼ ਅ ਚਰਚ ਇਕੱਠੇ ਹੋਏ ਆ ਇੱਥੇ। ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੋ। ਕਹਿੰਦਾ ਜੇ ਤੁਹਾਡੇ ਵਿੱਚ ਕੋਈ ਦੁਖੀ ਹੈ ਤੇ ਉਹਦੇ ਲਈ ਕੀ ਕਰੋ ਤੁਸੀਂ? ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ। ਕੋਈ ਆਨੰਦ ਹੈ ਤਾਂ ਭਜਨ ਗਾਵੇ। ਹਾਂਜੀ। ਕੀ ਤੁਹਾਡੇ ਵਿੱਚ ਕੋਈ ਮੰਨਦਾ ਹੈ ਤਾਂ ਕਲੀਸਿਆ ਦੇ ਬਜ਼ੁਰਗ ਨੂੰ ਸੱਦ ਕੱਲੋ ਅਤੇ ਉਹ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚੱਸਣ ਅਤੇ ਉਹਦੇ ਲਈ ਪ੍ਰਾਰਥਨਾ ਕਰਨ। ਦੇਖਿਏ ਇੱਥੇ ਪੂਰਾ ਇੱਕ ਤਰੀਕਾ ਦੱਸਿਆ ਹੋਇਆ ਹੈ ਕਿ ਤੁਸੀਂ ਕਿੱਦਾਂ ਕਿਸ ਲਈ ਤੁਸੀਂ ਜਾ ਕੇ ਪ੍ਰਾਰਥਨਾ ਕਰਨੀ। ਜਿਹੜਾ ਕੋਈ ਬੰਦਾ ਬਿਮਾਰ ਹੈ, ਕਿਸੇ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ, ਉਹਦੇ ਲਈ ਅਸੀਂ ਕਿੱਦਾਂ ਕਰਨਾ ਹੈ। ਤੁਸੀਂ ਕਹਿੰਦਾ ਕੀ ਕਰੋ, ਤੁਸੀਂ ਕਲੀਸਿਆ ਦੇ ਜਿਹੜੇ ਪਾਸਟਰ ਹੈਗੇ ਤੁਸੀਂ ਉਹਨਾਂ ਨੂੰ ਕੀ ਕਰੋ, ਬੁਲਾਓ। ਠੀਕ ਹੈ ਜੀ। ਫਿਰ ਤੁਸੀਂ ਕੀ ਕਰੋ, ਤੇਲ ਦੇ ਨਾਲ ਤੇਲ ਲਵੋ। ਤੇਲ ਲੈ ਕੇ ਤੁਸੀਂ ਪ੍ਰਭੂ ਦੇ ਨਾਮ ਤੇ ਉਹਨਾਂ ਨੂੰ ਤੇਲ ਲਗਾਉਣਾ ਹੈ, ਨਾ ਕਿ ਅੰਕੁਰ ਦੇ ਨਾਮ ਦੇ ਉੱਪਰ, ਨਾ ਬਲਜਿੰਦਰ ਦੇ ਨਾਮ ਦੇ ਉੱਪਰ, ਨਾ ਅਮਨ ਦੇ ਨਾਮ ਦੇ ਉੱਪਰ। ਕਿਹਦੇ ਨਾਮ ਤੇ? ਕਹਿੰਦਾ ਯੀਸ਼ੂ ਮਸੀਹ ਦੇ ਨਾਮ ਦੇ ਉੱਪਰ ਤੁਸੀਂ ਤੇਲ ਲਗਾਉਣਾ ਹੈ। ਅੱਜ ਕੱਲ ਬੜੇ ਲੋਕਾਂ ਦੇ ਨਾਮਾਂ ਦੇ ਉੱਪਰ ਤੇਲ ਲਾਇਆ ਜਾ ਰਿਹਾ ਹੈ। ਇੱਥੇ ਕੀ ਲਿਖਿਆ ਹੈ? ਇੱਥੇ ਲਿਖਿਆ ਕਿ ਤੁਸੀਂ ਜਾਓ, ਇਕੱਠੇ ਹੋਵੋ, ਤੁਸੀਂ ਕਲੀਸਿਆ ਲੋਕਾਂ ਨੂੰ ਇਕੱਠੇ ਕਰੋ, ਉਹਨਾਂ ਨੂੰ ਸੱਦਾ ਘੱਲੋ ਅਤੇ ਉਹਨੂੰ ਪ੍ਰਭੂ ਦਾ ਨਾਮ ਲੈ ਕੇ ਉਹਨੂੰ ਤੇਲ ਚੱਸਣ ਤੇ ਉਹਦੇ ਲਈ ਪ੍ਰਾਰਥਨਾ ਕਰਨ। ਫੇਰ ਕੀ ਹੋਊਗਾ? ਅਤੇ ਪ੍ਰਾਰਥਨਾ ਜਿਹੜੀ ਨਿਹਚਾ ਨਾਲ ਹੋਵੇ ਉਸ ਬਿਮਾਰ ਨੂੰ ਬਚਾਵੇਗੀ। ਦੇਖੀਏ ਕਹਿੰਦੇ ਪ੍ਰਾਰਥਨਾ ਜਿਹੜੇ ਨਿਹਚਾ ਨਾਲ ਵਿਸ਼ਵਾਸ ਨਾਲ ਕੀਤੀ ਹੋਊਗੀ ਉਹ ਕੀ ਕਰੂਗੀ? ਉਹਨੂੰ ਬੰਦੇ ਨੂੰ ਕੀ ਕਰੂਗੀ? ਉਹਨੂੰ ਬਚਾ ਲੂਗੀ। ਉਹਨੂੰ ਪ੍ਰਾਰਥਨਾ ਹੋ ਅੱਗੇ ਅਤੇ ਪ੍ਰਭੂ ਉਹਨੂੰ ਉਠਾ ਖੜਾ ਕਰੇਗਾ। ਤੇ ਪ੍ਰਭੂ ਉਹਨੂੰ ਕੀ ਕਰੂਗਾ? ਉਹਨੂੰ ਉਠਾ ਕੇ ਖੜਾ ਕਰੂਗਾ। ਸਾਨੂੰ ਪਤਾ ਸਾਡੇ ਭਾਜੀ ਜਦੋਂ ਬਿਮਾਰ ਸੀਗੇ ਤੇ ਆਂਟੀ ਨੇ ਸਾਨੂੰ ਘਰ ਬੁਲਾਇਆ ਸੀਗਾ। ਅਸ਼ੋਕ ਭਾਜੀ ਨੂੰ ਬਹੁਤ ਜ਼ਿਆਦਾ ਬਿਮਾਰ ਸੀ। ਆਂਟੀ ਕਹਿੰਦੇ ਤੁਸੀਂ ਘਰ ਆਓ ਪਲੀਜ਼, ਤੁਸੀਂ ਬੱਚਿਆਂ ਲਈ ਪ੍ਰਾਰਥਨਾ ਕਰੋ। ਅਸੀਂ ਤੇਲ ਲੈ ਗਏ ਸੀ ਘਰ, ਇਦਾਂ ਬਾਈਬਲ ਨਾਲ ਕੀਤਾ ਸੀ ਔਰ ਖੁਦਾ ਨੇ ਉਹਨਾਂ ਨੂੰ ਚੰਗਾਈ ਦਿੱਤੀ। ਅਗਲੇ ਦਿਨ ਜਦੋਂ ਮੇਰੀ ਗੱਲ ਹੋਈ ਕਹਿੰਦੇ ਮੈਂ ਅਮਨ ਠੀਕ ਹਾਂ ਬਿਲਕੁਲ। ਇਹ ਕਿੱਦਾਂ ਹੁੰਦਾ? ਇਹ ਅਸੀਂ ਨਹੀਂ ਕਰਦੇ। ਇਹ ਕੀ ਕਰਦਾ? ਇਹ ਜਦੋਂ ਅਸੀਂ ਵਚਨ ਸਾਹਮਣੇ ਕਰਦੇ ਹਾਂ ਉਦੋਂ ਵਚਨ ਪੂਰਾ ਹੁੰਦਾ। ਐਕਚੁਅਲੀ ਇਦਾਂ ਸਾਨੂੰ ਕਰਨਾ ਚਾਹੀਦਾ। ਜੇ ਕੋਈ ਬਿਮਾਰ ਹੈਗਾ ਤੁਹਾਡੇ ਵਿੱਚ, ਕੋਈ ਅਗਰ ਕੋਈ ਰੋਗੀ ਹੈਗਾ, ਅਸੀਂ ਇਕੱਠੇ ਹੋ ਕੇ ਜਾਈਏ, ਅਸੀਂ ਉਹਦੇ ਵਾਸਤੇ ਕੀ ਕਰੀਏ? ਦੁਆ ਕਰੀਏ ਤੇਲ ਦੇ ਨਾਲ, ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਨਾ ਕਿ ਆਪਣੇ ਨਾਮ ਦੇ ਵਿੱਚ, ਨਾ ਆਪਣੀ ਅਥਾਰਟੀ ਦੇ ਨਾਲ ਕਿ ਮੈਂ ਕਰਦਾ ਇਦਾਂ, ਪ੍ਰਭੂ ਜੀ ਮੈਂ ਕੀਤਾ ਜਾਂ ਮੈਂ ਕਰੂੰਗਾ ਇਦਾਂ ਨਹੀਂ। ਪ੍ਰਭੂ ਜੀ ਤੁਸੀਂ ਕਰੋ ਇਦਾਂ। ਅੱਗੇ ਇੱਕ ਗੱਲ ਬਹੁਤ ਜ਼ਰੂਰੀ ਹੈਗੀ ਜਿਹੜੀ ਅਸੀਂ ਗੱਲ ਨੂੰ ਪੜਾਂਗੇ। ਅਤੇ ਜੇ ਉਹਨੇ ਪਾਪ ਕੀਤੇ ਹੋਣ
ਤਾਂ ਉਹਨੂੰ ਮਾਫ ਕੀਤੇ ਜਾਣਗੇ। ਪ੍ਰੇਜ਼ ਦ ਲਾਰਡ। ਦੇਖੀਏ ਕਹਿੰਦੇ ਜੇ ਤੁਸੀਂ ਤੇਲ ਲਾਓਗੇ ਉਹਦੇ ਉੱਪਰ, ਜੇ ਤੁਸੀਂ ਪ੍ਰਾਰਥਨਾ ਕਰੋਗੇ, ਤੁਹਾਡੀ ਪ੍ਰਾਰਥਨਾ ਵਿਸ਼ਵਾਸ ਦੀ ਪ੍ਰਾਰਥਨਾ ਹੋ ਸਕਦਾ ਖੁਦਾ ਦੇ ਪਾਪਾਂ ਨੂੰ ਕੀ ਕਰੇ, ਮਾਫ ਕਰ ਦੇ। ਵਚਨ ਕਹਿੰਦਾ ਜੇ ਅਸੀਂ ਕਿਸੇ ਲਈ ਪ੍ਰਾਰਥਨਾ ਕਰਾਂਗੇ, ਸਾਡੀ ਪ੍ਰਾਰਥਨਾ ਨਾਲ ਉਹਦੇ ਬੰਦੇ ਦੇ ਜਾਂ ਭੈਣ ਦੇ, ਆਂਟੀ ਦੇ ਜਾਂ ਮਾਂ ਦੇ ਪਾਪ ਕੀ ਹੋ ਸਕਦੇ, ਉਹ ਮਾਫ ਹੋ ਸਕਦੇ ਆ। ਲੇਕਿਨ ਜੇ ਕਿਹੜੀ ਪ੍ਰਾਰਥਨਾ ਨਾਲ, ਵਿਸ਼ਵਾਸ ਭਰੀ ਪ੍ਰਾਰਥਨਾ ਕਿ ਪ੍ਰਭੂ ਮੈਂ ਤੇਰੇ ਅੱਗੇ ਦੁਆ ਕਰਦਾ ਕਿ ਤੂੰ ਇੱਥੇ ਚੰਗਾਈ, ਇਹਨੂੰ ਤੂੰ ਬਚਾ ਲਾ। ਤੇ ਪ੍ਰਭੂ ਨੇ ਕਿਹਾ ਕਿ ਮੈਂ ਇਹਨੂੰ ਬਚਾਊਂਗਾ। ਇੱਕ ਗੱਲ ਹੋਰ ਬਹੁਤ ਜ਼ਰੂਰੀ ਆ, 16 ਆਇਤ ਪੜਾਂਗੇ, ਇਸ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ, ਇਸ ਲਈ ਤੁਸੀਂ ਆਪੋ ਵਿੱਚ ਹੀ ਆਪਣੀਆਂ ਪਾਪਾਂ ਦਾ ਇਕਰਾਰ ਕਰੋ, ਹਾਂ, ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਭਈ ਤੁਸੀਂ ਨਰੋਏ ਹੋ ਜਾਓ। ਪ੍ਰੇਜ਼ ਦ ਲਾਰਡ। ਧਰਮੀ ਪੁਰਖ ਦੀ ਬਿਨਤੀ ਤੋਂ ਬਹੁਤ ਅਸਰ ਹੁੰਦਾ ਹੈ। ਕਹਿੰਦਾ ਇਸ ਲਈ ਤੁਸੀਂ ਇਹ ਕੰਮ ਕਰ ਸਕਦੇ, ਤੁਸੀਂ ਆਪਣੇ ਸਾਰੇ ਪਾਪਾਂ ਦਾ ਇਕਰਾਰ ਕਰਨਾ ਆਪਸ ਵਿੱਚ, ਆਪਣੇ ਪਾਸਟਰ ਜਾ ਕੇ ਤੁਸੀਂ ਆਪਣੇ ਪਾਪ ਨੂੰ ਕੀ ਕਰੋ, ਮੰਨੋ। ਮੰਨ ਲਓ ਕਿ ਹਾਂ ਮੇਰੇ ਜੀਵਨ 'ਚ ਪਾਪ ਹੈਗਾ ਹੈ, ਤੁਸੀਂ ਮੇਰੇ ਲਈ ਕੀ ਕਰੋ, ਦੁਆ ਕਰੋ। ਉਹ ਪਾਸਟਰ ਤੁਹਾਡੇ ਲਈ ਫਿਰ ਦੁਆ ਕਰੂਗਾ ਤੇ ਪ੍ਰਭੂ ਕੀ ਕਹਿੰਦਾ ਫਿਰ, ਕਹਿੰਦਾ ਫਿਰ ਤੁਸੀਂ ਨਰੋਏ ਹੋਵੋਗੇ, ਤੁਹਾਨੂੰ ਬਿਮਾਰੀ ਤੋਂ ਚੰਗਾਈ ਮਿਲੂਗੀ ਜੇ ਤੁਸੀਂ ਆਪਣੇ ਪਾਪਾਂ ਦਾ ਇਕਰਾਰ ਕਰਦੇ ਆ ਆਪਸ ਵਿੱਚ। ਔਰ ਤੁਸੀਂ ਇੱਕ ਦੂਜੇ ਲਈ ਕੀ ਕਰਨੀ ਹੈ, ਦੁਆ ਕਰਨੀ। ਕਿਸੇ ਨੂੰ ਜੱਜ ਨਹੀਂ ਕਰਨਾ ਸੀ, ਅੱਛਾ ਇਹਦੇ ਭੈਣ ਦੇ ਵਿੱਚ ਆਹ ਜੀਵਨ 'ਚ ਆਹ ਵਾਲਾ ਪਾਪ ਹੈਗਾ, ਉਹ ਬੜੀ ਮਾੜੀ ਗੱਲ ਹੈ, ਇਹਦਾ ਨਾ ਇਹ ਚੰਗੀ ਗੱਲ ਨਹੀਂ ਇਹਦੇ ਲਈ, ਇਹ ਹੈਗਾ ਜੱਜਮੈਂਟ। ਅਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ। ਖੁਦਾ ਬੰਦਾ ਜੱਜ ਕਰਨ ਵਾਲਾ। ਪ੍ਰਭੂ ਕਹਿੰਦੇ ਜੇ ਤੂੰ ਉਹਦੇ ਪਾਪ ਮਾਫ ਕਰ ਦੂੰਗਾ ਨਾ, ਕਹਿੰਦਾ ਮੈਂ ਵੀ ਉਹਦੇ ਪਾਪ ਮਾਫ ਕਰ ਦੂੰਗਾ। ਮੈਨੂੰ ਹੁਣ ਵੀ ਯਾਦ ਆ ਜਦੋਂ ਮੈਂ, ਸਾਡੀ ਭੈਣ ਦਾ ਫੋਨ ਆਇਆ ਸੀਗਾ, ਕਹਿੰਦੀ ਭਾਜੀ ਮੈਂ ਤੁਹਾਡੇ ਕੋਲ ਆਪਣੇ ਪਾਪ ਮੰਨਣਾ ਚਾਹੁੰਦੀ। ਉਹਨੇ ਮੇਰੇ ਕੋਲ ਫੋਨ ਦੇ ਉੱਪਰ ਆਪਣੇ ਪਾਪ ਮੰਨੇ, ਮੈਂ ਉਹਦੀ ਦੁਆ ਕੀਤੀ। ਉਹਦਾ ਮੈਨੂੰ ਕੱਲ ਫੋਨ ਆਇਆ, ਪਰਸੋਂ ਰਾਤੀ, ਕਿੰਨੇ ਮੇਰੇ ਖਿਆਲ ਨਾਲ ਮਹੀਨੇ ਕੁ ਬਾਅਦ 'ਚ ਮੈਨੂੰ ਫੋਨ ਆਇਆ ਦੁਬਾਰਾ ਫਿਰ ਉਹਦਾ, ਕਹਿੰਦੀ ਹੁਣ ਭਾਜੀ ਮੈਂ ਬਿਲਕੁਲ ਠੀਕ ਹਾਂ। ਦੇਖੀਏ ਹਾਲੇਲੂਇਆ। ਇਸ ਤੋਂ ਵੱਡੀ ਗੱਲ ਕੀ ਹੈਗੀ ਹੋਰ? ਹੁਣ ਜੇ ਮੈਂ ਜਾ ਕੇ ਰੋਲਾ ਪਾਵਾਂ ਤਾਂ ਆਹ ਭੈਣ ਇੱਦਾਂ ਨਹੀਂ, ਇੱਦਾਂ ਨਹੀਂ, ਇੱਦਾਂ ਨਹੀਂ, ਪਰ ਪ੍ਰਭੂ ਨੇ ਕੀ ਕਿਹਾ, ਕਹਿੰਦੇ ਤੂੰ ਜਿਹੜਾ ਪ੍ਰੇਮ ਹੁੰਦਾ ਨਾ, ਕੀ ਕਰਦਾ ਉਹ ਸਾਰੇ ਪਾਪਾਂ ਨੂੰ ਢੱਕ ਲੈਂਦਾ। ਕਹਿੰਦੇ ਤੁਸੀਂ ਲੋਕਾਂ ਦੇ ਪਾਪ ਨੂੰ ਢੱਕਣਾ ਆ, ਅਸੀਂ ਉਹਨੂੰ ਉਜਾਗਰ ਨਹੀਂ ਕਰਨਾ ਲੋਕਾਂ ਸਾਹਮਣੇ, ਅਸੀਂ ਉਹਨੂੰ ਢੱਕਣਾ ਕਿ ਨਹੀਂ ਜੇ ਇਹਨੇ ਮੇਰੇ ਨਾਲ ਗੱਲ ਮੰਨੀ ਤੇ ਮੈਂ ਬਾਈਬਲ ਦੇ ਅਨੁਸਾਰ ਮੈਂ ਉਹਨੂੰ ਕੀ ਕਹਾਂਗਾ, ਜਾ ਭੈਣ ਪ੍ਰਭੂ ਨੇ ਤੇਰੇ ਪਾਪ ਮਾਫ ਕਰ ਦਿੱਤੇ। ਤੇ ਪ੍ਰਭੂ ਦਾ ਵਚਨ ਕਹਿੰਦਾ ਹੈ ਇੱਕ ਦੂਜੇ ਲਈ ਪ੍ਰਾਰਥਨਾ ਕਰੋ, ਇੱਕ ਦੂਜੇ ਕੋ ਆਪਣੇ ਕੀ ਕਰੋ, ਪਾਪਾਂ ਦਾ ਇਕਰਾਰ ਕਰੋ। ਇਹ ਬਾਈਬਲ ਦੀ ਗੱਲ ਹੈ। ਤੇ ਤੁਸੀਂ ਕਹਿੰਦੇ ਕੀ ਹੋਗੇ, ਤੁਸੀਂ ਫਿਰ ਹਰੇਕ ਬਿਮਾਰੀ ਤੋਂ ਖੁਦਾ ਤੁਹਾਨੂੰ ਕੀ ਕਰੂਗਾ, ਆਜ਼ਾਦ ਕਰੂਗਾ ਤੁਹਾਨੂੰ। ਇਹ ਵੀ ਇੱਕ ਤਰੀਕਾ ਹੈਗਾ ਬਿਮਾਰੀ ਤੋਂ ਆਜ਼ਾਦੀ ਲੈਣ ਦਾ। ਦੇਖੀਏ ਲੇਕਿਨ ਜਿਹੜਾ ਮੇਰਾ ਮੋਟਿਵ ਹੈਗਾ ਤੁਹਾਨੂੰ ਦੱਸਣ ਦਾ ਕਿ ਉਹਦੇ ਪਿੱਛੇ ਕਾਰਨ ਕੀ ਹੈਗਾ। ਹਰੇਕ ਬਿਮਾਰੀ ਦੇ ਪਿੱਛੇ ਕਾਰਨ ਕੀ ਆ, ਸਿਰਫ ਪਾਪ ਹੀ ਆ। ਉਹਦਾ ਮੇਨ ਜਿਹੜਾ ਕਾਰਨ ਇਹੀ ਹੈ ਮੇਰੇ ਭੈਣ ਭਰਾਵੋ, ਇਹੀ ਕਾਰਨ ਹੈਗਾ ਜਿਹਦੇ ਕਰਕੇ ਲੋਕ ਬਿਮਾਰ ਹੈਗੇ ਆ, ਜਿਹਦੇ ਕਰਕੇ ਲੋਕ ਸਟ੍ਰੈਸ ਦੇ ਵਿੱਚ ਜੀਵਨ ਜੀਂਦੇ ਪਏ, ਜਿਨ੍ਹਾਂ ਦਾ ਕੋਈ ਫੈਸਲਾ ਹੈ ਨਹੀਂ ਖੁਦਾ ਦੇ ਨਾਲ। ਇਸ ਕਰਕੇ ਉਹ ਲੋਕ ਕੀ ਹੈਗੇ, ਉਹ ਬਿਮਾਰੀਆਂ 'ਚ ਪਏ ਹੋਏ। ਜਦੋਂ ਅਸੀਂ ਔਰ ਇੱਕ ਇਹਦਾ ਹੋਰ ਤੁਹਾਨੂੰ ਦੱਸੋ ਤਰੀਕਾ ਕਿ ਹੋਰ ਕੀ ਤਰੀਕਾ ਹੈਗਾ ਮਾਫੀ ਲੈਣ ਦਾ, ਲੋਕਾਂ ਨੂੰ ਚੰਗਾਈ ਹੋਣ ਦਾ। ਅਸੀਂ ਪੜਾਂਗੇ ਮਤੀ ਰਚੀ ਸੁਸਮਾਚਾਰ, ਮਤੀ ਦੀ ਅੰਜੀਲ ਉਹਦਾ 6 ਅਧਿਆਇ ਪੜਾਂਗੇ। ਇਹ ਬਹੁਤ ਜ਼ਰੂਰੀ ਗੱਲ ਆ। ਜੇ ਤੁਹਾਨੂੰ ਇਹ ਗੱਲ ਸਮਝ ਆ ਗਈ ਨਾ, ਤੁਹਾਡੇ ਜੀਵਨ ਦੇ ਵਿੱਚ ਖੁਦਾ ਦਾ ਕੰਮ ਹੋਊਗਾ, ਪੱਕੀ ਗੱਲ ਆ। ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ ਕਰ ਦੇਵੇਗਾ। ਪਰ ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ ਨਾ ਕਰੇ। ਹਾਂਜੀ, ਇਹ ਇੱਕ ਹੋਰ ਕਾਰਨ ਹੈਗਾ ਆ ਬਿਮਾਰੀ ਦਾ ਤੁਹਾਡੇ ਜੀਵਨ ਦੇ ਵਿੱਚ। ਕਈ ਵਾਰ ਕੀ ਹੁੰਦਾ, ਅਸੀਂ ਲੋਕਾਂ ਨੂੰ ਮਾਫ ਨਹੀਂ ਕੀਤਾ ਹੁੰਦਾ ਤੇ ਉਹ ਨਾ ਮਾਫੀ ਦੀ ਜਿਹੜੀ ਦੁਸ਼ਟ ਆਤਮਾ ਹੈਗੀ ਉਹ ਸਾਡੇ ਦਿਲ 'ਚ ਰਹਿੰਦੀ ਹੈ। ਨਾ ਮਾਫੀ ਦੀ ਦੁਸ਼ਟ ਆਤਮਾ, ਸਾਡੇ ਨਾਲ ਕਿਸੇ ਨੇ ਬੈਡ ਬਿਹੇਵ ਕੀਤਾ, ਕਈ ਵਾਰ ਅਸੀਂ ਆਪਣੇ ਹਸਬੈਂਡ ਨੂੰ ਮਾਫ ਨਹੀਂ ਕਰ ਪਾਉਂਦੇ। ਇਹ ਗੱਲ ਸੱਚ ਹੈ। ਕਈ ਵਾਰ ਅਸੀਂ ਆਪਣੀ ਵਾਈਫ ਨੂੰ ਮਾਫ ਨਹੀਂ ਕਰ ਪਾਉਂਦੇ, ਕਈ ਵਾਰ ਅਸੀਂ ਆਪਣੀ ਮਾਂ ਨੂੰ ਮਾਫ ਨਹੀਂ ਕਰ ਪਾਉਂਦੇ, ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਮਾਫ ਨਹੀਂ ਕਰ ਪਾਉਂਦੇ, ਕਈ ਵਾਰ ਅਸੀਂ ਆਪਣੀ ਸੱਸ ਨੂੰ ਨਹੀਂ ਮਾਫ ਕਰ ਪਾਉਂਦੇ। ਇਹ ਗੱਲ ਸੱਚ ਹੈਗੀ ਹੈ। ਵਚਨ ਦੱਸਦਾ, ਕਹਿੰਦਾ ਜੇ ਤੁਸੀਂ ਮਨੁੱਖਾਂ ਦੇ ਪਾਪ ਮਾਫ ਕਰ ਦੂੰਗੇ, ਜੇ ਤੁਸੀਂ ਉਹਨਾਂ ਨੂੰ ਮਾਫੀ ਦਿਓ, ਚੱਲ ਕੋਈ ਨਹੀਂ ਮੰਮੀ ਮੈਂ ਮਾਫ ਕਰਦੀ ਤੈਨੂੰ, ਹੈਨਾ, ਜਾਂ ਭੈਣ ਮੈਂ ਤੈਨੂੰ ਮਾਫ ਕੀਤਾ, ਚੱਲ ਕੋਈ ਗੱਲ ਨਹੀਂ। ਇਹ ਜਾ ਕੇ ਜੱਫੇ ਨਹੀਂ ਪਾਣੀ ਉਹਨੂੰ, ਇੱਥੇ ਦਿਲ 'ਚ ਦੇਣੀ ਮਾਫੀ। ਤੁਸੀਂ ਆਪਣੇ ਆਪ ਨਾਲ ਗੱਲ ਕਰਨੀ ਹੈ ਕਿ ਖੁਦਾਵੰਦ ਮੈਂ ਤੇਰਾ ਵਚਨ ਸੁਣਿਆ, ਵਚਨ ਵਿੱਚ ਲਿਖਿਆ ਕਿ ਜੇ ਤੂੰ ਮਨੁੱਖਾਂ ਦੇ ਪਾਪ ਮਾਫ ਕਰ ਦੂੰਗਾ ਤੇ ਫੇਰ ਮੈਂ ਤੇਰੇ ਪਾਪ ਮਾਫ ਕਰੂੰਗਾ, ਤੇ ਜੇ ਖੁਦਾ ਪਾਪ ਮਾਫ ਕਰੂਗਾ ਤਾਂ ਫੇਰ ਤੁਸੀਂ ਕੀ ਹੋਵੋਗੇ, ਤੁਸੀਂ ਫੇਰ ਚੰਗੇ ਹੋ ਜਾਓਗੇ। ਤੁਸੀਂ ਇਹ ਇਹੋ ਜਿਹੀ ਦੁਸ਼ਟ ਆਤਮਾ ਹੈਗੀ ਆ ਜੋ ਇਸ ਦੁਨੀਆ ਦੇ ਵਿੱਚ ਬਹੁਤ ਜ਼ੋਰ ਨਾਲ ਕੰਮ ਕਰਦੀ ਪਈ ਹੈ ਲੋਕਾਂ ਦੇ ਜੀਵਨ ਦੇ ਵਿੱਚ। ਉਹ ਮਾਫ ਨਹੀਂ ਕਰਨ ਦਿੰਦੀ ਲੋਕਾਂ ਨੂੰ। ਉਹ ਕਹਿੰਦੇ ਨਾ ਜੀ ਨਾ, ਇਹਨੇ ਮੇਰੇ ਨਾਲ ਕੀਤਾ ਤੇ ਕੀਤਾ ਕਿੱਦਾਂ, ਮੈਂ ਤਾਂ ਨਹੀਂ ਮਾਫ ਕਰਦੀ। ਦਿਲ 'ਚ ਉਹ ਰਹਿੰਦਾ ਹੈ ਹਰ ਵੇਲੇ ਨਾ, ਇੱਕ ਭਾਰ ਰਹਿੰਦਾ ਬਣਿਆ ਹੋਇਆ। ਫਿਰ ਕਹਿੰਦੇ ਹਾਏ ਮੇਰਾ ਦਿਲ ਏਦਾਂ ਹੌਲ, ਮੇਰਾ ਦਿਲ 'ਚ ਹੌਲ ਪੈਂਦੇ ਤੇ ਤੇਰੇ ਦਿਲ 'ਚ ਹੌਲ ਹੀ ਪੈਣੇ, ਹਨਾ। ਫਿਰ ਸਟ੍ਰੈਸ, ਉਹ ਜਿਹੜੀਆਂ ਬਿਮਾਰੀਆਂ, ਕਿਉਂਕਿ ਇੱਕ ਦੁਸ਼ਟ ਆਤਮਾ ਇਕੱਲੀ ਨਹੀਂ ਹੁੰਦੀ, ਉਹਦੇ ਨਾਲ ਹੋਰ ਵੀ ਲੈ ਕੇ ਆਉਂਦੀਆਂ। ਫਿਰ ਇਹਨਾਂ ਦਾ ਪੂਰਾ ਗਰੁੱਪ ਹੈ। ਇੱਕ ਤੁਹਾਨੂੰ ਮੈਂ ਕਿਸੇ ਨੂੰ ਪੜ੍ਹਾਊਂਗਾ, ਪੂਰਾ ਗਰੁੱਪ ਹੈ ਇਹਨਾਂ ਦਾ ਇੱਕ। ਉਹਦੇ ਨਾਲ ਮਤਲਬ ਕਿ ਬਹੁਤ ਸਾਰੀਆਂ ਗੱਲਾਂ ਤਾਂ ਆਉਂਦੀਆਂ। ਫਿਰ ਉਹਦੇ ਵਿੱਚ ਇੱਕ ਆਂਦੀ ਬਿਮਾਰੀ ਜੇ ਦੁਸ਼ਟਾਂ ਕੰਮ ਕਰਦੀ, ਉਹ ਹੈਗੀ ਆ ਜਿੱਦ ਦੀ ਦੁਸ਼ਟ ਆਤਮਾ। ਹੱਟ ਪੰਜਣਾ ਹੁੰਦਾ ਕਿ ਨਹੀਂ ਮੈਂ ਨਹੀਂ ਕੰਮ ਕਰਨਾ।
ਉਹ ਸਾਡੇ ਜੀਵਨ 'ਚ ਵੀ ਉਹਨੂੰ ਨਾ ਬਰਕਰਾਰ ਰੱਖਦੀ ਬਿਮਾਰੀ ਨੂੰ, ਉਹ ਸਾਨੂੰ ਹਿੱਲਣ ਨਹੀਂ ਦਿੰਦੀ ਉੱਥੋਂ। ਲੇਕਿਨ ਪ੍ਰਭੂ ਤੁਹਾਨੂੰ ਆਜ਼ਾਦ ਕਰਨਾ ਚਾਹੁੰਦਾ ਹੈ। ਪ੍ਰਭੂ ਕਹਿੰਦਾ ਕਿ ਤੁਸੀਂ ਸੱਚ ਨੂੰ ਜਾਣੋਗੇ ਤਾਂ ਸੱਚ ਤੁਹਾਨੂੰ ਕੀ ਕਰੂਗਾ, ਤੁਹਾਨੂੰ ਆਜ਼ਾਦ ਕਰੂਗਾ। ਪਰਮੇਸ਼ਵਰ ਤੁਹਾਨੂੰ ਮਾਫ ਕਰਨਾ ਚਾਹੁੰਦਾ, ਲੇਕਿਨ ਕਈ ਵਾਰੀ ਅਸੀਂ ਆਪ ਹੀ ਮਾਫੀ ਲੈਣ ਦੇ, ਅਸੀਂ ਆਪ ਹੀ ਅੜਚਨ ਬਣਨ, ਅਸੀਂ ਉਸ ਗੱਲ ਦੇ ਵਿੱਚ ਆਪਣੇ ਆਪ ਨੂੰ ਅੜਚਨ ਬਣਾਇਆ ਹੁੰਦਾ ਹੈ। ਅਸੀਂ ਆਪ ਹੀ ਖੜੇ ਹੁੰਦੇ, ਆਪਣੇ ਹੀ ਵਿਰੋਧ 'ਚ ਅਸੀਂ ਖੜੇ ਹੁੰਦੇ ਉਸ ਜਗ੍ਹਾ ਦੇ ਉੱਪਰ ਕਿ ਨਹੀਂ ਮੈਂ ਨਹੀਂ, ਮੈਨੂੰ ਨਹੀਂ ਚਾਹੀਦੀ। ਖੁਦਾ ਕਹਿੰਦਾ ਜੇ ਤੂੰ ਮਾਫ ਕਰੂੰਗਾ ਤੇ ਫਿਰ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਕੀ ਕਰੂਗਾ, ਮਾਫ ਕਰੂਗਾ, ਫਿਰ ਤੁਸੀਂ ਚੰਗੇ ਹੋਵੋਗੇ। ਇਹ ਇੱਕ ਹੋਰ ਤਰੀਕਾ ਹੈਗਾ ਆ। ਤੇ ਉਸ ਦੁਸ਼ਟ ਆਤਮਾ ਨੂੰ ਛੱਡੀਏ, ਉਹਨੂੰ ਕਹੀਏ ਕਿ ਮੈਂ ਬਹੁਤ ਮੇਰੇ ਜੀਵਨ ਤੋਂ ਬਹੁਤ ਕੁਝ ਤੂੰ ਕਰ ਲਿਆ, ਪਰ ਹੁਣ ਤੈਨੂੰ ਕੀ ਹੋਣਾ, ਇੱਥੋਂ ਜਾਣਾ ਪੈਣਾ ਤੈਨੂੰ ਇੱਥੋਂ। ਅਸੀਂ ਯੋਹੰਨਾ ਰਚੀ ਸੁਸਮਾਚਾਰ ਪੜਾਂਗੇ, ਅਸੀਂ ਜਾਵਾਂਗੇ 10 ਦੀ 10 ਯੋਹੰਨਾ ਦੀ ਅੰਜੀਲ 10 ਅਧਿਆਇ 10 ਬਾਬ। ਬਸ ਮੈਨੂੰ 10 ਮਿੰਟ ਮੇਰਾ ਬਚਨ ਰਹਿ ਗਿਆ ਹੋਰ, ਤੇ ਮੈਂ ਆਸ਼ਾ ਕਰਦਾ ਤੁਹਾਨੂੰ ਅੱਜ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ ਹੋਊਗਾ ਇਸ ਗੱਲ ਤੋਂ। ਕਿਉਂਕਿ ਪਾਪ ਜਿਹੜਾ ਹੈਗਾ, ਪਾਪ ਸ਼ੁਰੂ ਤੋਂ ਪ੍ਰਭੁਤਾ ਕਰਦਾ ਆ ਰਿਹਾ, ਪਾਪ ਸ਼ੁਰੂ ਤੋਂ ਰੂਲ ਕਰਦਾ ਆ ਰਿਹਾ ਇਨਸਾਨਾਂ ਦੇ ਵਿੱਚ। ਹਾਂਜੀ ਪੜ੍ਹੀਏ ਜੀ, ਯੋਹੰਨਾ 10 ਦੀ 10। ਯੋਹੰਨਾ ਦੀ ਅੰਜੀਲ 10 ਅਧਿਆਇ ਦੀ 10 ਬਾਬ। ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਔਰ ਵੱਢੇ ਅਤੇ ਨਾਸ ਕਰੇ। ਮੈਂ ਇਸ ਲਈ ਆਇਆ ਭਈ ਉਹਨਾਂ ਨੂੰ ਜਿਉਣ ਮਿਲੇ, ਸਗੋਂ ਚੋਖਾ ਮਿਲੇ। ਕਹਿੰਦਾ ਚੋਰ ਨਹੀਂ ਆਉਂਦਾ ਕਿ ਉਹ ਚੋਰੀ ਕਰੇ, ਵੱਡੇ ਮਾਰੇ, ਫਾੜ ਖਾਵੇ। ਇਹ ਚੋਰ ਦਾ ਮਤਲਬ ਹੈਗਾ ਸ਼ੈਤਾਨ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ। ਸ਼ੈਤਾਨ ਕੀ ਕਰਦਾ? ਸ਼ੈਤਾਨ ਦਾ ਜਿਹੜਾ ਉਹਦਾ ਮੇਨ ਜਿਹੜਾ ਉਹਦਾ ਆਬਜੈਕਟਿਵ ਇਹੀ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਉਹਨੇ ਕੀ ਕਰਨਾ ਹੈ, ਨਾ ਮਾਫੀ ਨੂੰ ਭੇਜਣਾ ਹੈ, ਦੁਸ਼ਟ ਆਤਮਾ ਨੂੰ ਭੇਜਣਾ, ਬਿਮਾਰੀ ਨੂੰ ਭੇਜਣਾ ਹੈ। ਲੇਕਿਨ ਪ੍ਰਭੂ ਯੀਸ਼ੂ ਮਸੀਹ ਨੇ ਕੀ ਕਹਿੰਦਾ, ਮੈਂ ਇਸ ਕਰਕੇ ਆਇਆ ਕਿ ਤੁਹਾਨੂੰ ਜੀਵਨ ਦੇਵਾਂ ਤੇ ਤੁਹਾਨੂੰ ਚੋਖਾ ਜੀਵਨ ਦੇਵਾਂ। ਹਾਲੇਲੂਇਆ। ਖੁਦਾਵੰਦ ਸਾਨੂੰ ਬਚਾਉਣਾ ਚਾਹੁੰਦਾ ਹੈ। ਈਵਨ ਖੁਦਾਵੰਦ ਹਰੇਕ ਦੁਸ਼ਟ ਆਦਮੀ ਨੂੰ ਵੀ ਬਚਾਉਣਾ ਚਾਹੁੰਦਾ ਹੈ। ਅੱਜ ਅਸੀਂ ਪੜਾਂਗੇ ਇਸ ਗੱਲ ਨੂੰ। ਜਿਹੜਾ ਕੋਈ ਦੁਸ਼ਟ ਹੈਗਾ ਉਹਨੂੰ ਵੀ ਖੁਦਾ ਪਿਆਰ ਕਰਦਾ। ਪਤਾ ਅਸੀਂ ਪੜਾਂਗੇ ਇਜ਼ੇਕੀਏਲ ਦੀ ਪੁਸਤਕ, ਪੜਾਂਗੇ ਉਹਦਾ 18 ਬਾਬ 23 ਤੇ 32 ਆਇਤ 2 ਆਇਤਾਂ ਪੜਾਂਗੇ ਪਹਿਲੇ ਅਸੀਂ। ਪ੍ਰਭੂ ਯਹੋਵਾ ਦਾ ਵਾਕ ਹੈ, ਹਾਂਜੀ, ਕਿ ਮੈਨੂੰ ਦੁਸ਼ਟ ਦੀ ਮੌਤ ਦੇ ਵਿੱਚ ਕੋਈ ਖੁਸ਼ੀ ਹੈ ਅਤੇ ਇਸ ਵਿੱਚ ਨਹੀਂ ਕਿ ਉਹ ਆਪਣੇ ਮਾਰਗ ਤੋਂ ਮੁੜੇ ਅਤੇ ਜਿਉਂਦਾ ਰਹੇ। ਪ੍ਰਭੂ ਯਹੋਵਾ ਦਾ ਕਹਿੰਦੇ ਵਾਕ ਆ। ਪ੍ਰਭੂ ਯਹੋਵਾ ਕਹਿੰਦਾ ਕਿ ਮੈਂ ਜੇ ਕੋਈ ਦੁਸ਼ਟ ਇਨਸਾਨ ਵੀ ਹੈਗਾ ਨਾ ਜਿਹੜਾ ਪਾਪ 'ਚ ਫਸਿਆ ਹੋਇਆ ਹੈ, ਕਹਿੰਦੇ ਮੈਂ ਕਦੇ ਨਹੀਂ ਚਾਹਨਾ ਕਿ ਉਹ ਬੰਦਾ ਮਰੇ। ਦੇਖੇ ਕਿੰਨੀ ਤੁਸੀਂ ਦੇਖਿਆ ਵੀ ਖੁਦਾ ਦਾ ਕਿੰਨਾ ਪਿਆਰ ਲੋਕਾਂ ਦੇ ਲਈ। ਉਹ ਧਰਮੀ ਨੂੰ ਵੀ ਚਾਹੁੰਦਾ ਬਚਾਉਣਾ ਤੇ ਉਹ ਜਿਹੜਾ ਅਧਰਮੀ ਹੈਗਾ ਉਹਨੂੰ ਵੀ ਬਚਾਉਣਾ ਚਾਹੁੰਦਾ ਹੈ। ਉਹ ਕਹਿੰਦਾ ਮੈਂ ਕਦੇ ਨਹੀਂ ਚਾਹਨਾ ਕਿ ਕੋਈ ਵੀ ਦੁਸ਼ਟ ਆਦਮੀ ਮਰੇ। ਕਹਿੰਦਾ ਪਰ ਜੇ ਆਪਣੇ ਮਾਂ ਤੋਂ ਕੀ ਕਰੇ, ਆਪਣੇ ਮਾਰਗ ਤੋਂ ਉਹ ਮੁੜੇ ਤਾਂ ਬਚ ਜਾਵੇ। ਅਸੀਂ ਪੜਾਂਗੇ 32 ਆਇਤ ਪੜ੍ਹੀਏ ਤੁਸੀਂ ਇਹਦੀ। ਕਿਉਂ ਜੋ ਪ੍ਰਭੂ ਯਹੋਵਾ ਦਾ ਵਾਕ ਹੈ, ਹਾਂ 32 ਆਇਤ, ਮੈਨੂੰ ਮਰਨ ਵਾਲੇ ਦੀ ਮੌਤ ਤੋਂ ਖੁਸ਼ੀ ਨਹੀਂ। ਕਹਿੰਦਾ ਮੈਨੂੰ ਮਰਨ ਵਾਲੀ ਮੌਤ ਤੋਂ ਖੁਸ਼ੀ ਨਹੀਂ ਹੁੰਦੀ ਕਿ ਉਹ ਨਰਕ 'ਚ ਜਾਵੇ। ਖੁਦਾਵੰਦ ਸਾਨੂੰ ਬਚਾਉਣਾ ਚਾਹੁੰਦਾ, ਚਾਹੇ ਦੁਸ਼ਟ ਹੈਗਾ ਕੋਈ ਤੇ ਚਾਹੇ ਕੋਈ ਧਰਮੀ ਆ, ਦੋਨਾਂ ਲੋਕਾਂ ਨੂੰ ਖੁਦਾਵੰਦ ਬਚਾਉਣਾ ਚਾਹੁੰਦਾ ਹੈ। ਅਸੀਂ ਪੜਾਂਗੇ ਇਸ ਲਈ ਕੀ ਕਹਿੰਦਾ, ਜੇ ਮੁੜੋ ਤਾਂ, ਇਸ ਲਈ ਮੁੜੋ ਤਾਂ ਜਿਉਂਦੇ ਰਹੋ। ਪ੍ਰੇਜ਼ ਦ ਲਾਰਡ। ਸਾਨੂੰ ਆਪਣੇ ਪਾਪ ਨੂੰ ਛੱਡਣਾ ਪੈਣਾ ਆ, ਫੇਰ ਖੁਦਾ ਕਹਿੰਦਾ ਕਿ ਤੁਸੀਂ ਜੀਓਗੇ। ਫੇਰ ਖੁਦਾ ਕਹਿੰਦਾ ਤੁਸੀਂ ਜੀਓਗੇ। ਅਸੀਂ ਤੇ 33 ਔਰ 11 ਪੜਾਂਗੇ ਅਸੀਂ। ਤੂੰ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸੌਂ, ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖੁਸ਼ੀ ਨਹੀਂ, ਸਗੋਂ ਇਸ ਵਿੱਚ ਹੈ ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ ਅਤੇ ਜਿਉਂਦਾ ਰਹੇ। ਹਾਲੇਲੂਇਆ। ਦੁਸ਼ਟ ਕੀ ਕਰੇ, ਆਪਣੇ ਰਾਹ ਤੋਂ ਮੁੜੇ। ਪ੍ਰਭੂ ਕਹਿੰਦੇ ਮੈਨੂੰ ਇਸ ਗੱਲ 'ਚ ਖੁਸ਼ੀ ਆ ਕਿ ਤੂੰ ਨਰਕ 'ਚ ਨਾ ਜਾਵੇਂ। ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਤੂੰ ਸੁਰਗ ਦੇ ਵਿੱਚ ਜਾਵੇਂ। ਲੇਕਿਨ ਕਦੋਂ? ਜੇ ਤੂੰ ਆਪਣੇ ਰਾਹਾਂ ਨੂੰ ਮੋੜੂਗਾ, ਜੇ ਤੂੰ ਆਪਣੇ ਪਾਪ ਵਾਲੀ ਜ਼ਿੰਦਗੀ ਨੂੰ ਅੱਜ ਛੱਡੂਗਾ ਤੇ ਫੇਰ ਤੂੰ ਜਿਉਂਦਾ ਰਹੂੰਗਾ। ਇਹ ਉਸ ਅਨੰਤ ਕਾਲ ਦੀ ਗੱਲ ਕੀਤੀ ਜਾ ਰਹੀ ਹੈ ਜਿਹੜਾ ਖੁਦਾਵੰਦ ਕਹਿੰਦਾ ਤੂੰ ਇੱਥੇ ਵੀ ਲਾਉਂਗਾ, ਇਸ ਧਰਤੀ ਪਰ ਵੀ ਤੂੰ ਇੰਜੋਏ ਕਰੂੰਗਾ ਆਪਣੀ ਲਾਈਫ ਨੂੰ, ਤੇ ਤੂੰ ਅਸਮਾਨ 'ਚ ਵੀ ਰਹੂੰਗਾ ਮੇਰੇ ਨਾਲ। ਜੀ ਅਨੰਤ ਕਾਲ ਦਾ ਜੀਵਨ ਖੁਦਾਵੰਦ ਸਾਨੂੰ ਸਭ ਨੂੰ ਦੇਣਾ ਚਾਹੁੰਦਾ, ਚਾਹੇ ਕੋਈ ਦੁਸ਼ਟ ਵੀ ਕਿਉਂ ਨਾ ਹੋਵੇ। ਕਹਿੰਦੇ ਮੈਂ ਕਦੀ ਨਹੀਂ ਖੁਸ਼ ਹੁੰਨਾ। ਪ੍ਰਭੂ ਕਹਿੰਦੇ ਕਿ ਲੋਕੀ ਕਹਿੰਦੇ ਕਿ ਹਾਂ ਨਹੀਂ ਪ੍ਰਭੂ ਖੁਸ਼ ਹੁੰਦਾ ਸਾਨੂੰ ਦੁੱਖ ਦੇ ਕੇ, ਸਾਨੂੰ ਤਾੜ ਕੇ। ਨਾ, ਵਚਨ ਦੱਸਦਾ ਕਹਿੰਦਾ ਮੈਂ ਕਦੀ ਵੀ ਖੁਸ਼ ਨਹੀਂ ਹੁੰਨਾ। ਲੇਕਿਨ ਸਾਨੂੰ ਪ੍ਰਭੂ ਕੀ ਕਹਿੰਦਾ? ਕਹਿੰਦਾ ਮੈਂ ਚਾਹੁੰਦਾ ਕਿ ਤੁਸੀਂ ਕੀ ਕਰੋ, ਮੁੜੋ। ਤੁਸੀਂ ਮੁੜੋ ਆਪਣੇ ਪਾਪ ਦੀ ਜ਼ਿੰਦਗੀ 'ਚੋਂ, ਤਾਂ ਕਿ ਤੁਸੀਂ ਕੀ ਹੋਵੋ, ਤੁਸੀਂ ਜੀਓਗੇ। ਹਾਲੇਲੂਇਆ। ਇੱਕ ਇਹੋ ਜਿਹਾ ਰਾਜਾ ਸੀਗਾ ਹਿਜਕੀਆ ਰਾਜਾ, ਤੁਸੀਂ ਨਾਮ ਸ਼ਾਇਦ ਜ਼ਰੂਰ ਤੁਸੀਂ ਸੁਣਿਆ ਹੋਊਗਾ। ਹਿਜਕੀਆ ਰਾਜਾ ਸੀਗਾ ਇੱਕ। ਹਿਜਕੀਆ ਰਾਜਾ ਨੂੰ ਪਹਿਲੇ ਫਰਮਾਨ ਹੋਇਆ ਸੀ ਮੌਤ ਦਾ। ਪ੍ਰਭੂ ਨੇ ਕਿਹਾ ਸੀ, ਕਹਿੰਦਾ ਮੈਂ ਤੇਰੀ ਜਾਨ ਹੁਣ ਮੈਂ ਲੈਣ ਜਾ ਰਿਹਾ। ਅਸੀਂ ਪੜਾਂਗੇ ਦੂਜਾ ਰਾਜਾ ਅਸੀਂ ਚੈਪਟਰ 20 ਉਹਦੀ 1 ਤੋਂ 7 ਪੜਾਂਗੇ ਅਸੀਂ। ਇਹ ਇੱਕ ਇਹੋ ਜਿਹਾ ਰਾਜਾ ਹੋਇਆ ਜਿਹਨੂੰ ਖੁਦਾਵੰਦ ਨੇ ਪਹਿਲੇ ਮੌਤ ਦੇ ਦਿੱਤੀ ਸੀਗੀ, ਲੇਕਿਨ ਖੁਦਾਵੰਦ ਇਹਨੇ ਰੋ ਕੇ ਪਛਤਾਤਾਪ ਕੀਤਾ ਤੇ ਇਹਨੂੰ ਖੁਦਾ ਨੇ 15 ਸਾਲ ਹੋਰ ਦੇ ਦਿੱਤੇ। ਦੇਖੀਏ
उन्हीं दिनी हिजकिय्याह बीमार होके मरण लगा सी। कहना उन्हां दिनां च हिजकिय्याह बहुत की हो गया, बीमार पै गया और वो मरण लगा सगा, उसदी मरण ते पहुंच गया सगा। और आमोस दा पुत्र यशायाह नबी ओदे कोल आया और उन्हें उन्हों आख्या, यहोवा ऐं आखदा है कि तू अपने घराने उत्ते जिम्मेवारी पा, क्यों जो तू मरनाओ है अते नहीं बचेगा। देखिए खुदा ने की क्या कहंदा, उन्होंने कह यशायाह भविष्यवक्ता ने कहा कि इन्हों कह कि यहोवा तैनूं कहंदा कि तू हुण मरण लगा है, तू बचूंगा नहीं तू, और अपनी जिम्मेवारी किहनूं कर, अपने बेटे नूं दे जिम्मेवारी ताकि वो दूसरा राजा आवे। ठीक है जी, अगे की होया देखिए फिर। तद उन्ने कंध वाल मुंह फेर के यहोवा कोलों ये प्रार्थना कीती, हे यहोवा मैं तेरे मिन्नत करदा हां, चेते कर भई मैं किवें वफादारी नाल ते पूरे दिल नाल तेरे हजूर चलदा रहा, और जो तेरी निगाह विच भला है ओह मैं कीता है। तां हिजकिय्याह पुब्बा मार के रोया। तां ऐ होया कि यशायाह नबी निकल के हाथे दे विचकार भी नहीं गया सी। बस देखिए की होया इत्थे, वो कहंदा कि जिद्दां उहनूं पता लगा कि खुदा ने मैनूं कहा कि हुण तूं मर जाना है, वो डर गया बुरी तरह नाल ना। खुदा के की कीता उहने अपने, वो खुदा के रोया, मैंने पता कि पक्की गल उन्हें पाप मन्ने उन्हें अपने, क्या उन्हें खुदावंद मैंने माफ कर दे, पर उन्हें क्या खुदावंद मैं तो नजर मैं सही चलता रहा, पर तां भी तुमने की कीता उन्हें, फिर भुब्बा मार के हो रोन लग गया, कंध वाल मुंह करके रोन लग गया। हो हले जिहड़ा नबी सी कहंदा हले वो निकलिया सी घर तो इदां, हले थोड़ा दूर गया सी, थोड़ा दूर की होया देखिए फिर नाल। तय होया कि यशायाह नबी निकल के हाथे दे विचकार भी नहीं गया सी कि यहोवा दा वचन उसनूं मिलिया, यशायाह नबी नूं मिलिया कि मुड़ जा और तू मेरी प्रजा दे प्रधान हिजकिय्याह नूं आख, यहोवा तेरे पिता दाऊद दा परमेश्वर ऐं आखदा है, मैं तेरी प्रार्थना सुनी है, मैं तेरे अथरू वेख लए हन, वेख मैं तैनू अच्छा करन वाला हां। यहोवा दे भवन विच जावेगा और मैं तेरियां दिनां विच 15 वरे होर वधावांगा, और मैं तैनू ते इस शहर नूं अशूर दे पातशाह दे हत्थों छुड़ावांगा, और अपने निमित्त और अपने दास दाऊद दे निमित्त इस शहर नूं साम रखांगा। प्रेज द लॉर्ड, हालेलुया। देखिए जेड़ा भी कोई अपने आप दा पाप दा इकरार करदा है, मैं कि सिक्ख्या इस गल तो, उन्होंने 15 वरे प्रभु कहते मैं तेनों 15 वरे दूंगा होर जीण वास्ते। 15 ਇਹਦਾ मतलब कि खुदा दे कोल उमरां ਜਿਹੜੀਆਂ ਵੱਧ ਵੀ ਸਕਦੀਆਂ हैं, लेकिन कदों ਜਦੋਂ ਤੁਸੀਂ सच्ची तौबा खुदा दे अगे करोगे, उदों झूठी तौबा नहीं, सच्ची तौबा करके प्रभु ने कहा सी ਉਹਨੂੰ ਕਹਿੰਦੇ ਹੁਣ मैं ਤੈਨੂੰ ਕੱਢਣ ਲੱਗਾ, ਤੂੰ ਹੁਣ ਚੰਗਾ ਹੋ ਗਿਆ, ਹੁਣ ਤੂੰ ਪਾਪ ਨੂੰ ਦੁਬਾਰਾ ਨਾ ਕਰੀ, ਇਹ ਨਾ ਹੋਵੇ ਕਿ ਤੂੰ ਇਹਦੇ ਨਾਲੋਂ ਵੀ बुरी दिशा दे विच, बुरी जिहड़ी दशा विच पै जावे। हिजकिय्याह राजा ने की कीता, हिजकिय्याह राजा ने उस वेले अपने आप को हंबल किया, टुट गया हो, कहता कि नहीं खुदावंद मैनू तू थोड़े साल होर दे दे। प्रभु ने कहा मैं तेन 15 साल होर तेन दे देना, और तू तेन मैं अशूर राजा तो की कहूँ, तेन मैं बचाऊंगा, तू हले होर लड़ाइयां जाके लड़ूंगा तो तू जित लऊंगा। और किद्दां विच मिलिया इहनूं जदों अपने आप की कीता, उन्हें हंबल किया। अज सानूं भी लोड़ हैगी आ कि असीं अपनी बीमारियां असीं खुद चंगे हो सकते, सानूं किसी लोड़ नहीं प्रार्थना कराउण दी, क्योंकि वचन दसदा है जे तू किसी ने माफ़ करे तो की होगा, हो खुदा कहता मैं तेन माफ़ करूँगा। जे तू अपने पापा तो मुड़े, प्रभु कहते तू जीऊँगा, है ना। हुणे दस्सिया कहते दुष्ट नूं मैं चाहना कि कदी ना मरे। जे प्रभु दुष्ट नूं इन्ना प्यार करता तो जिहड़ा खुदा दा बंदा हैगा उहनूं दसो खुदा प्यार नहीं करूगा। दसो जिहड़ा असीं है लोग जिहड़े प्रभु दे लोग हाँ, असीं उत्ते विश्वास करते हैं। जे दुष्ट वास्ते प्रभु दी दिल दी गल इह है कि ना मरे, तो जिहड़ा ओहदा जन हैगा आ ओहदे लई खुदा की नहीं सोचदा। दसो उन्होंने खुदा सब तो बेहतर चीज़ देना चाहता। कोई वचन दसदा कहता मैं अपने लोगों वास्ते मैं वो गल्लां रखियां जिहड़ियां उन्होंने कदी सोचिया भी नहीं हैगियां। हालेलुया। असीं इस गल से अपने आप को मनन करना कि दुष्ट आत्मा शैतान उदों तक साडे जीवन च प्रभावित कर सकते हैं जदों असीं उन्हां नूं की करांगे, मौका देवांगे। दूजा कोई भी ताकत साडे जीवन विच साडे जीवन च कदी दखलअंदाजी नहीं कर सकती जब तक असीं उन्हां नूं मौका नहीं देवांगे। साडी प्रार्थना की कमी करके साडे जीवन विच चीज़ां हुंदियां जो असीं प्रभु का वचन नहीं पढ़ते, असीं उहदा मनन नहीं करते, उदों हुंदी जो असीं चर्च मिस करते हैं, उदों शैतान सानूं घेरा पांदा है। जो ये सारी गल्लां सानूं करनियां पैणियां, क्योंकि ये खुदा दे वचन दे अनुसार खुदा कहंदा तू 6 दिन काम कर, 7वें दिन मेरे घर चा
ਪ੍ਰਾਰਥਨਾ ਕਰ, ਉਹ 'ਚ ਲਿਖਿਆ ਕਹਿੰਦਾ ਤੂੰ ਪ੍ਰਾਰਥਨਾ ਕਦੇ ਵੀ ਸਟਾਪ ਨਾ ਕਰ, ਰੋਜ਼ ਦੀ ਪ੍ਰਾਰਥਨਾ ਕਰਨੀ ਹੈ, ਨਿਤ ਪ੍ਰਾਰਥਨਾ ਕਹਿੰਦੇ ਕਰੋ, ਕਿਉਂਕਿ ਪਤਾ ਨਹੀਂ ਕਦੋਂ ਉਹ ਸ਼ੈਤਾਨ ਐਦਾਂ ਬੈਠਾ ਆ ਕਿ ਉਹ ਕਹਿੰਦਾ ਮੈਂ ਕੀ ਕਰਾਂ, ਮੈਂ ਵੱਢ ਫਾੜ ਖਾਂ, ਐਦਾਂ ਬੈਠਾ ਐਦਾਂ ਉਹ ਇੱਕ ਛੋਟਾ ਜਿਹਾ ਮੌਕਾ ਲੱਭਦਾ ਆ। ਇੱਕ ਮੌਕਾ ਜਿਹੜਾ ਹੈਗਾ ਆ ਉਹ ਤੁਹਾਨੂੰ ਬਹੁਤ ਭੈੜੀ ਦਸ਼ਾ ਤੁਹਾਡੀ ਕਰ ਸਕਦਾ, ਇੱਕ ਮੌਕਾ। ਆਈਏ ਅਸੀਂ ਧੰਨਵਾਦ ਕਰਾਂਗੇ ਇਸ ਪਾਕ ਵਚਨ ਵਾਸਤੇ। ਤੇ ਮੈਂ ਤੁਹਾਨੂੰ ਸਿਰਫ ਇੱਕ ਮੈਂ ਤੁਹਾਨੂੰ ਗੱਲ ਬਣਾਉਣੀ ਚਾਹੁੰਦਾ ਹਾਂ। ਅਸੀਂ ਚਲਾਂਗੇ ਲੂਕਾ ਰਚੀ ਸੁਸਮਾਚਾਰ, ਉਹਦੀ 9 ਉਹਦੀ 23 ਤੋਂ 24 ਪੜਾਂਗੇ ਬਸ। ਉਸ ਤੋਂ ਬਾਅਦ ਚੋਂ ਅਸੀਂ ਇਸ ਗੱਲ ਲੂਕਾ ਦੀ ਅੰਜੀਲ 9 ਉਹਦੀ 23 ਤੇ ਉਹਦੀ 24 ਆਇਤ ਪੜਾਂਗੇ ਕਿ ਸਾਨੂੰ ਰੋਜ਼ ਖੁਦਾ ਦੇ ਅੱਗੇ ਪਛਤਾਪ ਕਰਨ ਦੀ ਲੋੜ ਹੈ। ਰੋਜ਼, ਇੱਕ ਦਿਨ ਨਹੀਂ, ਇੱਕ ਹਫ਼ਤੇ ਵਿੱਚ ਨਹੀਂ, ਕਿ ਮਹੀਨੇ ਵਿੱਚ ਨਹੀਂ, ਰੋਜ਼ ਦਾ ਮਤਲਬ ਹੈਗਾ ਆ ਐਵਰੀ ਡੇ। ਪੜ੍ਹੀਏ ਜੀ। ਉਸਨੇ ਸਭ ਨੂੰ ਆਖਿਆ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ। ਕਹਿੰਦਾ ਪ੍ਰਭੂ ਯੀਸ਼ੂ ਮਸੀਹ ਨੇ ਉਹਨਾਂ ਨੂੰ ਆਖਿਆ ਕਿ ਜਿਹੜਾ ਕੋਈ ਮੇਰੇ ਪਿੱਛੇ ਚੱਲਣਾ ਚਾਹੁੰਦਾ ਆ ਉਹ ਕੀ ਕਰੇ, ਆਪਣੇ ਆਪ ਦਾ ਇਨਕਾਰ ਕਰੇ। ਇਹ ਨਹੀਂ ਹੈਗਾ ਵੀ ਅਸੀਂ ਆਪਣੀਆਂ ਸੋਚਾਂ ਨੂੰ ਅੱਗੇ ਰੱਖਾਂਗੇ, ਨਹੀਂ ਪ੍ਰਭੂ ਬਹਾਨੇ ਲੱਭਦੇ ਅਸੀਂ ਖੁਦਾ ਅੱਗੇ ਬਹਾਨੇ ਲੱਭਦੇ ਹਾਂ, ਪ੍ਰਭੂ ਕੇ ਕੋਈ ਬਹਾਨਾ ਨਹੀਂ ਚੱਲਦਾ। ਜਿਹੜਾ ਕੋਈ ਪ੍ਰਭੂ 'ਚ ਚੱਲਣਾ ਚਾਹੁੰਦਾ ਆ ਉਹ ਕੀ ਕਰੇ, ਆਪਣਾ ਆਪ ਦਾ ਇਨਕਾਰ ਕਰੇ, ਆਪਣੀਆਂ ਪਾਪਾਂ ਦਾ ਇਨਕਾਰ ਕਰੇ, ਆਪਣੀਆਂ ਗੱਲਾਂ ਨੂੰ ਇਨਕਾਰ ਕਰੇ, ਜਿਹੜੀਆਂ ਗੱਲਾਂ ਖੁਦਾ ਦੇ ਖਿਲਾਫ ਖੜੀਆਂ ਹੁੰਦੀਆਂ ਉਹਨਾਂ ਗੱਲਾਂ ਨੂੰ ਇਨਕਾਰ ਕਰੇ। ਉਹ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਕਹਿੰਦਾ ਰੋਜ਼ ਆਪਣੀ ਸਲੀਬ ਚੁੱਕ ਕੇ, ਰੋਜ਼ ਦਾ ਮਤਲਬ ਹੈ ਐਵਰੀ ਡੇ, ਹਫਤੇ ਬਾਅਦ 'ਚ ਨਹੀਂ ਕਿ ਪ੍ਰਭੂ ਚਲੋ ਅੱਜ ਮੈਂ ਥੋੜਾ ਬਿਜ਼ੀ ਸੀਗੀ, ਮੈਂ ਥੋੜੀ ਜੌਬ ਆ ਗਈ ਤੇ ਮੈਂ ਚਲੋ ਅੱਜ ਸਲੀਬ ਮੈਂ ਘਰ ਰੱਖ ਕੇ ਤੇ ਮੈਂ ਫਿਰ ਅਗਲੇ ਹਫਤੇ ਆਉਂਗੀ। ਨਾ, ਅੱਜ ਮੈਂ ਬਾਈਬਲ ਪੜ੍ਹ ਸੀ, ਪ੍ਰਭੂ ਮੈਂ ਥੋੜਾ ਬਿਜ਼ੀ ਹੈਗਾ, ਮੈਂ ਥੋੜਾ ਜਿਹਾ ਬਿਜ਼ੀ ਹਾਂ, ਇਸ ਕਰਕੇ ਮੈਂ ਆਪਣੀ ਸਲੀਬ ਕੱਲ ਚੱਕੂਗਾ। ਨਾ, ਵਚਨ ਕਹਿੰਦਾ ਰੋਜ਼ ਆਪਣੀ ਸਲੀਬ ਚੱਕ, ਰੋਜ਼। ਕੱਲ ਦਾ ਕੁਛ ਨਹੀਂ ਪਤਾ, ਕੱਲ ਨੂੰ ਹੋ ਸਕਦਾ ਕੱਲ ਨੂੰ ਤੂੰ ਮਰ ਕੇ ਕਿੱਥੇ ਪਹੁੰਚ ਜਾਵੇਂ, ਤੂੰ ਨਰਕ ਦੇ ਵਿੱਚ ਪਹੁੰਚ ਜਾਵੇਂ, ਉੱਥੇ ਤੇ ਕੋਈ ਬਹਾਨਾ ਨਹੀਂ ਚੱਲਣਾ। ਅੱਜ ਦੀ ਗੱਲ ਕਰ ਰਿਹਾ ਖੁਦਾਵੰਦ, ਅੱਜ ਕਹਿੰਦਾ ਰੋਜ਼ ਆਪਣੀ ਸਲੀਬ ਚੱਕ, ਰੋਜ਼। ਐਵਰੀ ਡੇ ਮੀਨਸ ਐਵਰੀ ਡੇ ਤੈਨੂੰ ਰੋਜ਼ ਪਾਪਾਂ ਦੀ ਮਾਫੀ ਮੰਗਣੀ ਪੈਣੀ। ਉੱਠਣ ਤੋਂ ਬਾਅਦ ਵੀ ਸੌਣ ਤੋਂ ਪਹਿਲੇ ਤੈਨੂੰ ਪਾਪਾਂ ਦੀ ਮਾਫੀ ਮੰਗਣੀ ਪੈਣੀ, ਕਿਉਂਕਿ ਅਸੀਂ ਨਹੀਂ ਜਾਣਦੇ ਅਸੀਂ ਕਿੰਨੀ ਵਾਰੀ ਦਿਹਾੜੇ 'ਚ ਅਸੀਂ ਕੀ ਕਰਦੇ, ਆਪਣੇ ਦਿਲ ਦੇ ਵਿੱਚ ਕੋਈ ਭੈੜਾ ਵਿਚਾਰ ਸਾਡੇ ਮਨ 'ਚ ਆ ਜਾਂਦਾ ਹੈ, ਸਾਡੇ ਤੋਂ ਪਾਪ ਹੋ ਜਾਂਦਾ ਹੈ, ਸਾਡੀ ਜ਼ੁਬਾਨ ਤੋਂ ਪਾਪ ਹੋ, ਸਾਡੀ ਅੱਖਾਂ ਤੋਂ ਪਾਪ ਹੋ ਜਾਂਦਾ ਹੈ, ਕਿਉਂਕਿ ਪਿਤਾ ਪਰਮੇਸ਼ਰ ਕੀ ਹੈਗਾ, ਉਹ ਪਵਿੱਤਰ ਪਰਮੇਸ਼ਵਰ ਆ। ਉਹ ਯੀਸ਼ੂ ਮਸੀਹ ਪਵਿੱਤਰਤਾ ਨੂੰ ਲੱਭਦਾ ਹੈ, ਔਰ ਉਹ ਉਦੋਂ ਆਉਣਾ ਜਦੋਂ ਅਸੀਂ ਰੋਜ਼ ਦਾ ਫੈਸਲਾ ਸਾਡੇ ਜੀਵਨ 'ਚ ਹੋਊਗਾ। ਠੀਕ ਹੈ, ਆਪਣੇ ਚਰਚ ਨਾਲ ਤੁਸੀਂ ਕਮਿਟਮੈਂਟ ਰੱਖੋ, ਆਪਣੇ ਤੁਸੀਂ ਬਾਈਬਲ ਸਟੱਡੀ ਕਰੋ, ਬਾਈਬਲ ਨੂੰ ਤੁਸੀਂ ਜਾਣੋ। ਇਹ ਸਾਰੀ ਗੱਲਾਂ ਕਦੋਂ ਹੋਣੀਆਂ, ਇਹ ਰੋਜ਼ ਹੋਣੀਆਂ ਚਾਹੀਦੀਆਂ। ਫੇਰ ਤੁਹਾਡੇ ਜੀਵਨ 'ਚ ਪਵਿੱਤਰ ਆਤਮਾ ਦੇ ਕੰਮ ਕੀ ਹੋਗੇ, ਉਹ ਸ਼ੁਰੂ ਹੋਊਗੇ। ਕਿਉਂਕਿ ਜਦੋਂ ਲਾਸਟ ਨੂੰ ਸੁਣਨ ਕਿਹਾ ਸੀ ਪਵਿੱਤਰ ਆਤਮਾ ਉਦੋਂ ਕੰਮ ਕਰਦਾ ਜਦੋਂ ਤੁਸੀਂ ਉਹਨੂੰ ਕੀ ਕਰਦੇ ਆ, ਮੌਕਾ ਦਿੰਦੇ ਆ, ਤੇ ਸ਼ੈਤਾਨ ਵੀ ਉਦੋਂ ਕੰਮ ਕਰਦਾ ਜਦੋਂ ਅਸੀਂ ਉਹਨੂੰ ਕੀ ਕਰਦੇ ਆ, ਮੌਕਾ ਦਿੰਦੇ ਆ। ਅਸੀਂ ਦੇਖਣਾ ਕਿ ਅਸੀਂ ਕਿਹਨੂੰ ਮੌਕਾ ਦੇਣਾ, ਸ਼ੈਤਾਨ ਨੂੰ ਕਿ ਜਾਂ ਪਵਿੱਤਰ ਆਤਮਾ ਨੂੰ ਮੌਕਾ ਦੇਣਾ। ਜੇ ਤੁਸੀਂ ਚਾਹੁੰਦੇ ਆ ਕਿ ਤੁਸੀਂ ਖੁਦਾ ਦੇ ਵਿੱਚ ਵਧਣਾ ਚਾਹੁੰਦੇ ਆ ਤੇ ਇਸ ਗੱਲ ਨੂੰ ਯਾਦ ਰੱਖਣਾ ਸੀ ਕਿ ਰੋਜ਼ ਆਪਣੀ ਸਲੀਪ ਚੱਕ ਕੇ ਕੀ ਕਹਿੰਦਾ, ਮੇਰੇ ਪਿੱਛੇ ਕਹਿੰਦਾ ਚੱਲ। ਪ੍ਰਭੂ ਕਹਿੰਦਾ ਬਸ ਕੁਛ ਨਾ ਦੇਖ ਇੱਧਰ ਉੱਧਰ, ਬਸ ਉਹਦੇ ਪਿੱਛੇ ਚੱਲੀ ਜਾ ਬਸ। ਔਰ ਪ੍ਰਭੂ ਕਹਿੰਦਾ ਤੂੰ ਸਵਰਗ ਦਾ ਰਾਜ ਪਾਉਂਗੇ ਇੱਕ ਦਿਨ। ਹਾਲੇਲੂਇਆ। ਲਾਸਟ ਪੜੀਏ, ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗਵਾਵੇਗਾ, ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗਵਾਵੇ ਉਹ ਉਸ ਨੂੰ ਬਚਾਵੇਗਾ। ਕਹਿੰਦਾ ਜਿਹੜਾ ਆਪਣੀ ਜਾਨ ਨੂੰ ਬਚਾਊਗਾ ਉਹ ਗਵਾਊਗਾ। ਇਹਦਾ ਮਤਲਬ ਕੀ ਹੈਗਾ, ਐਕਚੁਅਲੀ ਜਾਨ ਬਚਾਉਣ ਦਾ ਮਤਲਬ ਇਹ ਨਹੀਂ ਹੈਗਾ ਵੀ ਸਾਨੂੰ ਕਿਤੇ ਖੁਦਾ ਮਾਰਨ ਲੱਗਾ, ਨਾ। ਇਹਦਾ ਮਤਲਬ ਹੈਗਾ ਜਿਹੜੇ ਅਸੀਂ ਫੈਸਲੇ ਕਰਦੇ ਆਪਣੇ ਜੀਵਨ ਦੇ ਵਿੱਚ, ਰੋਜ਼ ਅਸੀਂ ਫੈਸਲਾ ਬਾਈਬਲ ਨੂੰ ਨਾ ਪੜ੍ਹਨ ਦਾ ਕਰਦੇ ਹਾਂ, ਪ੍ਰਾਰਥਨਾ ਨਾ ਕਰਨ ਦਾ ਕਰਦੇ ਹਾਂ, ਜਾਂ ਅਸੀਂ ਬਾਈਬਲ ਪੜ੍ਹਨ ਦਾ ਕਰਦੇ ਹਾਂ, ਪ੍ਰਾਰਥਨਾ ਕਰਨ ਦਾ ਕਰਦੇ ਹਾਂ। ਉਹ ਫੈਸਲਾ ਹੈ, ਕਿਉਂਕਿ ਬਾਈਬਲ ਸਾਨੂੰ ਬਚਾ ਸਕਦੀ ਹੈ। ਖੁਦਾਵੰਦ ਦੇ ਵਚਨ ਨੇ ਸਾਨੂੰ ਬਚਾਉਣਾ ਹੈ। ਜਿਹੜਾ ਵਚਨ ਸਾਡੇ ਚੱਲੂਗਾ ਤੇ ਫਿਰ ਅਸੀਂ ਚੱਲਦੇ ਹਾਂ ਸਹੀ ਤਰੀਕੇ ਨਾਲ। ਫਿਰ ਸਾਡੇ ਅੰਦਰ ਪਿਤਾਵਾਂ ਕੀ ਕਰਦਾ, ਆਪਣੇ ਕੰਮ ਨੂੰ ਸ਼ੁਰੂ ਕਰਦਾ ਹੈ। ਕਿੱਦਾਂ? ਵਚਨ ਮੈਂ ਪੜ੍ਹਿਆ ਹੋਗਾ ਤਾਂ ਜਦੋਂ ਮੇਰੇ ਸਾਹਮਣੇ ਕੋਈ ਹਾਲਾਤ ਪੈਦਾ ਹੁੰਦੇ ਇੱਦਾਂ ਦੇ, ਉਹ ਵਚਨ ਮੇਰੇ ਜੀਵਨ 'ਚ ਕੀ ਕਰੂਗਾ, ਫਿਰ ਉਹ ਮੈਨੂੰ ਰਸਤਾ ਦਿਖਾਊਗਾ। ਨਹੀਂ ਅਮਨ, ਸੋਨੀਆ ਇੱਦਾਂ ਨਹੀਂ, ਦੀਪੂ ਇੱਦਾਂ ਨਹੀਂ, ਤੂੰ ਇੱਦਾਂ ਚੱਲਣਾ ਹੈ। ਕਿਉਂ? ਕਿਉਂਕਿ ਵਚਨ 'ਚ ਲਿਖਿਆ ਇੱਦਾਂ। ਫਿਰ ਸਾਡਾ ਆਤਮਾ ਕੀ ਕਰਦਾ ਹੈ, ਗੱਲ ਕਰਦਾ ਹੈ। ਤੇ ਬਾਈਬਲ ਦੇ ਉੱਪਰ ਤਾਂ ਮੈਂ ਮਿੱਟੀ ਪਾਈ ਹੋਈ ਆ ਕਿਲੋ, ਮੈਂ ਉਹਨੂੰ ਕਦੀ ਖੋਲਿਆ ਨਹੀਂ। ਇੱਦਾਂ ਨਹੀਂ, ਰੋਜ਼ ਜਿਹੜਾ ਆਪਣੀ ਜਾਨ ਬਚਾਊਗਾ ਪ੍ਰਭੂ ਨਾ ਉਹਨੂੰ ਕੀ ਕਰੂਗਾ, ਉਹ ਨਾਸ਼ ਕਰੂਗਾ। ਸਾਨੂੰ ਖੁਦਾ ਲਈ ਉਹ ਸਾਰੀ ਗੱਲਾਂ ਛੱਡਣੀਆਂ ਪੈਣੀਆਂ ਜਿਹੜੀਆਂ ਸਾਨੂੰ ਪਾਪ ਕੀ ਕਰਦੀਆਂ, ਧਕੇਲਦੀਆਂ ਸਾਨੂੰ। ਸਾਰੀ ਗੱਲ ਆਪਣੇ ਬੱਚੇ ਲਿਖਿਆ ਇੱਕ ਗੱਲ ਕਹਿੰਦਾ, ਆਪਣੇ ਅੰਗਾਂ ਨੂੰ ਕੀ ਕਰੋ ਤੁਸੀਂ, ਬੁਰਾਈ ਨੂੰ ਨਾ ਦੇਵੋ। ਬੁਰਾਈ ਕਰਨ ਵਾਸਤੇ ਆਪਣੇ ਤੁਸੀਂ ਅੰਗਾਂ ਨੂੰ ਕੀ ਕਰੋ, ਤੁਸੀਂ ਪ੍ਰਾਰਥਨਾ 'ਚ ਲੈ ਕੇ ਜਾਓ, ਘੁਟਨਿਆਂ ਤੇ ਆਓ। ਤੁਹਾਨੂੰ ਪ੍ਰਾਰਥਨਾ ਵਾਲਾ ਜੀਵਨ ਤੁਹਾਨੂੰ ਬਚਾ ਸਕਦਾ ਹੈ, ਸਿਰਫ ਤੇ ਸਿਰਫ ਪ੍ਰਾਰਥਨਾ ਵਾਲਾ ਜੀਵਨ ਔਰ ਵਚਨ ਦੀ ਤਲਵਾਰ ਹੱਥ 'ਚ ਫੜ ਕੇ ਅਸੀਂ ਕੀ ਕਰਨਾ, ਖੁਦਾ ਦੇ ਪਿੱਛੇ ਚੱਲਣਾ ਹੈ। ਹਾਲੇਲੂਇਆ। ਆਈਏ ਸਭ ਅਸੀਂ ਖੜੇ ਹੋਵਾਂਗੇ।
आइए इस दुआ चलांगे सोने ने मिलके। धन्यवाद धन्यवाद सर्वशक्तिमान परमेश्वर जी, ਤੁਹਾਡਾ ਧੰਨਵਾਦ ਕਰਦੇ ਤੁਹਾਡੀ ਉਪਸਥਿਤੀ ਲਈ ਪ੍ਰਭੂ। ਤੁਹਾਡੇ ਵਚਨ 'ਚ ਲਿਖਿਆ ਕਿ ਖੁਦਾਵੰਦ ਦੇ ਵਚਨ ਸਾਡੇ ਪੈਰਾਂ ਦੀ ਜੋਤੀ ਹੈ, ਉਹ ਸਾਨੂੰ ਜੀਵਨ ਦੇ ਰਸਤੇ ਸਿਖਾਉਂਦਾ ਹੈ। ਖੁਦਾਵੰਦ ਅੱਜ ਦੇ ਕਲਾਮ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ। ਪ੍ਰਭੂ ਜੀ ਤੁਹਾਡਾ ਵਚਨ ਦੱਸਦਾ ਹੈ ਕਿ ਅਸੀਂ ਯੁੱਧ ਦੇ ਵਿੱਚ ਹਾਂ ਔਰ ਸਾਡੀ ਲੜਾਈ ਹੱਡ ਮਾਸ ਲਹੂ ਦੀ ਨਹੀਂ ਹੈ, ਬਲਕਿ ਅੰਧਕਾਰ ਦੀਆਂ ਸ਼ਕਤੀਆਂ ਦੀ ਹੈ, ਉਸ ਪ੍ਰਧਾਨਤਾਵਾਂ ਦੀ ਹੈ ਜੋ ਅਸਮਾਨ 'ਚ ਕੰਮ ਕਰਦੀਆਂ ਔਰ ਸਾਡੇ ਜੀਵਨਾਂ ਦੇ ਵਿੱਚ ਜੋ ਗੜਬੜੀ ਫੈਲਾਉਂਦੀਆਂ। प्रभु मैं तुहाडा धन्नवाद करदी खुदावंद, शुक्रगुजारी करदी, प्रार्थना करदी अज दा वचन हर एक दे जीवन च फल लैके तुहाडी दया सब ते होवे। प्रभु यीशु दे नाम च मंगदे हालेलुया हालेलुया हालेलुया। आइए इस गीत गावांगे, जबूर पढ़ांगे से 55 ਅਸੀਂ ਗਾਵਾਂਗੇ ਇਹਨੂੰ। 55 जबूर ਦੇ ਵਿੱਚ ਵਚਨਕਾਰ ਕਹਿੰਦਾ ਕਿ ਪਰਮੇਸ਼ਰ मैं गुनाह च फसिया लेकिन मैं मेरे चारों तरफ बुराई ही बुराई है, लेकिन वो कहता कि प्रभु मैं तेरे नाम नू उड़ीकांगा, तेरे नाम नू मैं सदांगा खुदावन, मैं तेरे नाम की दुहाई दवांगा। और वो कहता मैं ईमान रखदा प्रभु तू मेरा छुटकारा करेगा। हालेलुया प्रेज द लॉर्ड। मिलके खुदावन की उपस्थिति विच प्रभु के नाम का नारा लगावांगे। हालेलुया प्रभु यीशु मसीह के नाम की जय। प्रेज द लॉर्ड। प्रभु के वचन में लिखा खुदावन कहते तेरे गुनाह किने काले क्यों ना हो, प्रभु कहते मैं बरफ की नाई उन्होंने सफेद कर दूंगा। हालेलुया। जिंदगी संग करके मांग तेरे परमेश्वर का हाथ तेरा छोटा नहीं जो तेरे ना दे सके। हालेलुया। हुण ते मैं यहोवा के देवांगा दुहाई, हुण ते मैं यहोवा के देवांगा दुहाई, मैनू अपने रहम करके बख्शेगा रिहाई। सब गाएंगे। मैनू आपे रहम करके बख्शेगा रिहाई, हुण ते मैं यहोवा के देवांगा दुहाई, मैनू आपे रहम करके बख्शेगा रिहाई। हालेलुया धन्यवाद धन्यवाद प्रेज द लॉर्ड। थैंक यू जीसस। धन्यवाद प्रभु तू साडा छुटकारा हो, साडे पापां दी माफी हो, खुदावन साडी शाफी हो। प्रभु जी शुक्रगुजारी कर। हालेलुया 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 धन्यवाद प्रभु तेरी। शाम सुबह दोपहरा नू मैं फरियादा गुजारा, शाम सुबह दोपहरा नू फरियादा गुजारा, सुनेगा रब रोना मेरा नाले सब पुकार। हालेलुया। सुनेगा रब रोना मेरा नाले सब पुकारा, हुण ते मैं यहोवा के देवांगा दुहाई, मैनू आपे रहम करके बख्शेगा रिहाई, हुण ते मैं यहोवा के देवांगा दुहाई। बचाई, ओना दे जंग विचों रब ने मेरी जान बचाई, ओना दा शुमार सी बहुता कर दे जो लड़ाई, ओना दा शुमार सी बहुता कर दे जो लड़ाई। हुण ते मैं यहोवा के देवांगा दुहाई, मैनू आपे रहम करके बख्शेगा रिहाई, दुश्मना दे ताने सुन के रब जवाब सुनावे, दुश्मना दे ताने सुन के रब जवाब सुनावे,
ਤੁਹਾਡਾ ਧੰਨਵਾਦ ਖੁਦਾਵੰਦ ਜੀ, ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ। ਸਭ ਨੂੰ ਜੈ ਮਸੀਹ ਦੀ ਜੀ। ਇੱਕ ਵਾਰੀ ਫੇਰ ਤੋਂ ਅਸੀਂ ਅਗਲੇ ਹਫ਼ਤੇ ਇਕੱਠੇ ਹੋਵਾਂਗੇ, ਤਦ ਤੱਕ ਲਈ ਸਭ ਨੂੰ ਜੈ ਮਸੀਹ ਦੀ।